Hello students, now we will start lesson number 4, Saint Ravidas. Pre-reading, dictionary reference, learning new words. Activity number 1, look up the following words in a dictionary. You should seek the following information about the words and put them in your words notebook. Number 1, meaning of the word as used in the lesson. It may be adjective, noun, verb, etc. Pronunciation. The teacher may refer to the dictionary or a mobile phone for correct pronunciation. Third, spelling. Now, first of all, we will go for word meaning. You can see here, first word is decay. ਡਿਕੇ ਦਾ ਮੀਨਿੰਗ ਕੀ ਹੋਇਆ? ਡਿਕੇ ਦਾ ਮੀਨਿੰਗ ਹੁੰਦਾ ਹੈ ਕੋਈ ਚੀਜ਼ ਦਾ ਜਿਵੇਂ ਹੁੰਦਾ ਹੈ ਖਰਾਬ ਹੋ ਜਾਂਦੀ ਹੈ ਤਾਂ ਆਪਾਂ ਇਸਨੂੰ ਤੁਸੀਂ ਲਿਖ ਸਕਦੇ ਹੋ ਕਿ ਖਰਾਬ। ਓਕੇ, ਤਾਂ ਉਸ ਤੋਂ ਬਾਅਦ ਹੈ ਆਪਣਾ ਸੈਕਿੰਡ 'ਤੇ ਡਿਸਾਈਪਲ। ਡਿਸਾਈਪਲ ਹੁੰਦਾ ਹੈ ਚੇਲਾ, ਜਿਵੇਂ ਸ਼ੀਸ਼ੇ ਕਹਦੇ ਆਪਾਂ ਚੇਲਾ। ਤਾਂ ਡਿਸਾਈਪਲ ਤੋਂ ਬਾਅਦ ਹੋ ਗਿਆ ਜੀ ਆਪਣਾ ਇੰਪਰੈਸ਼ਨ। ਇੰਪਰੈਸ਼ਨ ਮਤਲਬ ਕਿ ਪ੍ਰਭਾਵ, ਆਪਾਂ ਕਿਸੇ ਚੀਜ਼ ਦਾ ਪ੍ਰਭਾਵ ਪੈਣਾ, ਪ੍ਰਭਾਵ। ਨੈਕਸਟ ਸਰਮਨ। ਸਰਮਨ ਉਪਦੇਸ਼। ਉਸ ਤੋਂ ਬਾਅਦ ਹੈ ਮੈਡੀਟੇਟ। ਮੈਡੀਟੇਟ ਮੀਨਸ ਧਿਆਨ। ਨੈਕਸਟ ਹੈ ਪੋਲਾਈਟ। ਪੋਲਾਈਟ ਕਿਸੇ ਦੀ ਕੰਡੀਸ਼ਨ 'ਤੇ ਹੁੰਦਾ, ਜਿਵੇਂ ਦੂਰਦਸ਼ਾ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਦੂਰਦਸ਼ਾ, ਖਰਾਬ ਸਥਿਤੀ। ਨੈਕਸਟ ਇਸੈਂਸ। ਇਸੈਂਸ ਹੁੰਦਾ ਹੈ ਕਿ ਕਿਸੇ ਚੀਜ਼ ਦਾ ਨਿਚੋੜ ਤੁਸੀਂ ਕਹਿ ਦਿਓ, ਜਾਂ ਉਹਦਾ ਸਾਰ ਹੋ ਗਿਆ ਜਾਂ ਉਹਦਾ ਤੱਤ ਹੋ ਗਿਆ, ਤਾਂ ਇਸ ਨੂੰ ਆਪਾਂ ਨਿਚੋੜ, ਸਾਰ, ਜਾਂ ਤੁਸੀਂ ਕੁਛ ਵੀ ਲਿਖ ਸਕਦੇ ਹੋ। ਸਾਰ ਮਤਲਬ ਕਿ ਉਹਦਾ ਓਵਰਆਲ ਮੀਨਿੰਗ ਕੀ ਹੈ, ਉਹਦਾ ਤੱਤ ਕੀ ਹੈ ਉਹਦਾ। ਤਾਂ ਨੈਕਸਟ ਹੈ ਡਿਸਟਿੰਕਸ਼ਨ। ਡਿਸਟਿੰਕਸ਼ਨ ਫਰਕ, ਭੇਦ, ਅੰਤਰ। ਨੈਕਸਟ ਹੈ ਸਟਰੈਸ। ਸਟਰੈਸ ਹੁੰਦਾ ਹੈ ਪ੍ਰੈਸ਼ਰ ਪੈਣਾ ਕਿਸੇ ਚੀਜ਼ ਦਾ, ਤਣਾਅ, ਤਣਾਅ, ਤਣਾਅ। ਉਸ ਤੋਂ ਬਾਅਦ ਹੈ ਇਟਰਨਲ। ਇਟਰਨਲ ਹੁੰਦਾ ਹੈ ਰਿਲੇਟਡ ਟੂ ਗੋਡ, ਯਾਨੀ ਕਿ ਸਦੀਵੀ, ਸਦੀਵੀ। ਠੀਕ ਹੈ, ਇਹ ਜੋ ਵਰਡ ਮੀਨਿੰਗਸ ਨੇ ਇਸ ਨੂੰ ਆਪਾਂ ਆਪਣੀ ਨੋਟਬੁੱਕ 'ਤੇ ਤੁਸੀਂ ਯੂ ਕੈਨ ਨੋਟ ਡਾਊਨ ਇਟ। ਤਾਂ ਉਸ ਤੋਂ ਬਾਅਦ ਆਪਾਂ ਜੋ ਮੇਨ ਆਪਣਾ ਰੀਡਿੰਗ ਆਪਾਂ ਨਾਓ ਵੀ ਵਿਲ ਸਟਾਰਟ ਆਵਰ ਲੈਸਨ ਰੀਡਿੰਗ। ਲੈਸਨ ਨੰਬਰ 4, ਦਿਸ ਇਜ਼ ਸੈਂਟ ਰਵਿਦਾਸ। India has been a home for saints and sages. ਇੰਡੀਆ, ਭਾਰਤ ਜਿਹੜਾ ਹੈ ਉਹ ਸੰਤਾਂ ਅਤੇ ਰਿਸ਼ੀ ਮੁਨੀਆਂ ਦੀ ਧਰਤੀ ਰਿਹਾ ਹੈ। ਸੈਂਟ ਹੁੰਦਾ ਬੇਟਾ, ਇਸ ਨੂੰ ਆਪਾਂ ਥੋੜ੍ਹਾ ਐਨਲਾਰਜ ਕਰ ਲਈਏ। ਹਾਂਜੀ, ਸੈਂਟ ਹੁੰਦਾ ਹੈ ਸੰਤ ਆਪਾਂ ਕਹਿ ਦਿੰਦੇ ਹਾਂ, ਅਤੇ ਸੇਜਿਸ ਹੁੰਦਾ ਹੈ ਰਿਸ਼ੀ, ਰਿਸ਼ੀ ਮੁਨੀ। ਤਾਂ ਭਾਰਤ ਜਿਹੜਾ ਹੈ ਉਹ ਸੰਤਾਂ ਅਤੇ ਰਿਸ਼ੀ ਮੁਨੀਆਂ ਦੀ ਧਰਤੀ ਰਿਹਾ। whenever the moral or social life of people shows signs of decay, some saint or prophet appears on the scene. ਜਦੋਂ ਕਦੇ ਵੀ ਜਿਹੜੀ ਲੋਕਾਂ ਦੀ ਲਾਈਫ ਹੈ, ਸੋਸ਼ਲ ਲਾਈਫ ਜਾਂ ਮੋਰਲ ਲਾਈਫ ਦਾ ਆਪਾਂ ਨੂੰ ਲੱਗਦਾ ਕਈ ਵਾਰੀ ਸਾਈਨ ਲੱਗਦੇ ਨੇ ਵੀ ਉਹ ਖਰਾਬ ਹੋ ਰਹੀ ਹੈ, ਉਹ ਡੀਕੇ ਵੱਲ ਜਾ ਰਹੀ ਹੈ, ਉਹ ਪਤਨ ਵੱਲ ਜਾ ਰਹੀ ਹੈ ਲੋਕਾਂ ਦੀ ਸੋਸ਼ਲ ਲਾਈਫ ਜਾਂ ਮੋਰਲ ਲਾਈਫ, ਜਦੋਂ ਕਦੇ ਵੀ ਲੱਗਦਾ ਹੈ ਸਮਾਜ ਵਿੱਚ, ਤਾਂ ਕੋਈ ਨਾ ਕੋਈ ਸੰਤ ਜਾਂ ਪ੍ਰੋਫਿਟ। ਪ੍ਰੋਫਿਟ ਮਤਲਬ ਆਪਾਂ ਕਹਿ ਦਿੰਦੇ ਹਾਂ ਪੈਗੰਬਰ, ਪੀਰ ਪੈਗੰਬਰ ਨੂੰ ਆਪਾਂ ਕਹਿੰਦੇ ਹਾਂ ਪ੍ਰੋਫਿਟ। ਇਹਨਾਂ 'ਚ ਥੋੜ੍ਹਾ ਫਰਕ ਹੁੰਦਾ ਹੈ। ਸੈਂਟ ਹੋ ਗਿਆ, ਸੇਜਿਸ ਹੋ ਗਿਆ, ਅਤੇ ਪ੍ਰੋਫਿਟ ਹੋ ਗਿਆ ਪੈਗੰਬਰ, ਹੈ ਨਾ, ਰੱਬ ਦਾ ਰੂਪ ਜਿਵੇਂ ਆਪਾਂ ਕਹਿੰਦੇ ਹਾਂ। ਤਾਂ ਉਹ ਅਪੀਅਰ ਹੁੰਦੇ ਨੇ ਔਨ ਦਾ ਸੀਨ। ਔਨ ਦਾ ਸੀਨ ਮਤਲਬ ਉਹ ਧਰਤੀ 'ਤੇ ਜਨਮ ਲੈਂਦੇ ਨੇ। ਕਦੋਂ? ਜਦੋਂ ਕਦੇ ਵੀ ਲੋਕਾਂ ਦੀ ਸਮਾਜਿਕ ਲਾਈਫ ਜਾਂ ਮੋਰਲ ਵੈਲਿਊਜ਼, ਮੋਰਲ ਲਾਈਫ ਵਿੱਚ ਸਾਈਨ, ਸਿੰਪਟਮਸ ਪੈਦਾ ਹੁੰਦੇ ਨੇ ਉਹਦੇ ਪਤਨ ਦੇ,
ਤਾਂ ਉਸ ਨੂੰ ਦੂਰ ਕਰਨ ਵਾਸਤੇ ਕੋਈ ਨਾ ਕੋਈ ਸੰਤ ਰਿਸ਼ੀ ਮੁਨੀ ਧਰਤੀ 'ਤੇ ਜਨਮ ਲੈਂਦੇ ਨੇ। Ravidas was one such saint who infused new life and vitality into the Hindu social order। ਰਵਿਦਾਸ ਜੀ ਇੱਕ ਅਜਿਹੇ ਸੰਤ ਸੀ ਜਿਨ੍ਹਾਂ ਨੇ ਕਿ ਹਿੰਦੂ ਸੋਸ਼ਲ ਆਰਡਰ ਵਿੱਚ ਜਿਹੜਾ ਹਿੰਦੂਆਂ ਦਾ ਸੋਸ਼ਲ ਆਰਡਰ ਸੀਗਾ ਸੁਸਾਇਟੀ ਦਾ, ਉਹਦੇ ਵਿੱਚ ਇੱਕ ਨਵੀਂ ਜ਼ਿੰਦਗੀ ਅਤੇ ਨਵਾਂ ਜੋਸ਼ ਵਾਈਟੈਲਿਟੀ ਮਤਲਬ ਜੋਸ਼, ਨਵੀਂ ਲਾਈਫ ਅਤੇ ਨਵਾਂ ਜੋਸ਼ ਇਨਫਿਊਜ਼ ਕੀਤਾ, ਯਾਨੀ ਕਿ ਭਰਿਆ ਕਿਹਨਾਂ ਨੇ? ਸੰਤ ਰਵਿਦਾਸ ਜੀ ਨੇ ਹਿੰਦੂ ਸੋਸ਼ਲ ਆਰਡਰ ਵਿੱਚ ਇੱਕ ਨਵਾਂ ਜੋਸ਼ ਅਤੇ ਨਵੀਂ ਜ਼ਿੰਦਗੀ ਭਰੀ। ਰਵਿਦਾਸ ਵਾਜ਼ ਬੋਰਨ ਇਨ ਦਾ ਈਅਰ 1377 ਕਿਤੇ ਇਨ ਬਨਾਰਸ। ਉਹਨਾਂ ਦਾ ਜਨਮ ਬਨਾਰਸ ਵਿੱਚ ਹੋਇਆ ਸੀ 1377 ਵਿੱਚ। ਦਾ ਹੋਲੀ ਸਿਟੀ ਆਫ ਹਿੰਦੂਜ਼, ਹਿੰਦੂਆਂ ਦਾ ਜਿਹੜਾ ਕਿ ਇੱਕ ਬਹੁਤ ਹੀ ਪਵਿੱਤਰ ਸਿਟੀ ਹੈ, ਸ਼ਹਿਰ ਹੈ, ਕਿਹੜਾ? ਬਨਾਰਸ। ਹੀ ਵਾਜ਼ ਦਾ ਸਨ ਆਫ ਏ ਕੋਬਲਰ। ਸੰਤ ਰਵਿਦਾਸ ਜੀ ਜੋ ਸੀ ਇਹ ਇੱਕ ਕੋਬਲਰ ਦੇ ਬੇਟੇ ਸੀ। ਕੋਬਲਰ ਆਪਾਂ ਕਹਿੰਦੇ ਹਾਂ ਜਿਹੜਾ ਕਿ ਜੁੱਤਿਆਂ ਦਾ ਕੰਮ ਕਰਦਾ, ਜੁੱਤਿਆਂ ਨੂੰ ਗੱਠਦਾ ਹੈ, ਜੁੱਤਿਆਂ ਨੂੰ ਠੀਕ ਕਰਦਾ ਹੈ। ਵੀ ਕੈਨ ਸੀ ਇਟ, ਪੰਜਾਬੀ 'ਚ ਕਹਿੰਦੇ ਹਾਂ ਮੋਚੀ। ਉਹ ਇੱਕ ਮੋਚੀ ਦੇ ਬੇਟੇ ਸਨ। ਹਿਸ ਪੈਰੈਂਟਸ ਵਾਂਟਡ ਹਿਮ ਟੂ ਬੀ ਐਜੂਕੇਟਡ। ਇਹਨਾਂ ਦੇ ਮਾਂ ਬਾਪ ਚਾਹੁੰਦੇ ਸੀ ਕਿ ਇਹ ਸੰਤ ਰਵਿਦਾਸ ਜੀ ਨੂੰ ਪੜ੍ਹਾਉਣ। ਦੇ ਸੈਂਟ ਹਿਮ ਟੂ ਸਕੂਲ, ਉਹਨਾਂ ਨੇ ਇਹਨਾਂ ਨੂੰ ਸਕੂਲ ਭੇਜ ਦਿੱਤਾ। ਅਨਲਕੀਲੀ, ਬਦਕਿਸਮਤੀ ਨਾਲ, ਹੀ ਵਾਜ਼ ਅਨਹੈਪੀ ਐਟ ਸਕੂਲ ਐਂਡ ਵੈਰੀ ਸੂਨ ਹੀ ਵਾਜ਼ ਆਊਟ ਆਫ ਇਟ। ਬਦਕਿਸਮਤੀ ਦੇ ਨਾਲ ਉਹ ਇਸ ਤੋਂ ਨਾਖੁਸ਼ ਸੀ ਸਕੂਲ ਤੋਂ, ਅਤੇ ਬਹੁਤ ਹੀ ਜਲਦੀ ਉਹ ਸਕੂਲ ਤੋਂ ਬਾਹਰ ਹੋ ਗਏ। ਦ ਸਕੂਲ ਲਾਈਫ ਮੇਡ ਹਿਮ ਅੰਡਰਸਟੈਂਡ ਦ ਇਲਸ ਆਫ ਦ ਸੋਸਾਇਟੀ। ਜਿਹੜੀ ਸਕੂਲ ਦੀ ਲਾਈਫ ਸੀ, ਜਿੰਨਾ ਚਿਰ ਸਕੂਲ 'ਚ ਰਹੇ, ਤਾਂ ਉਸ ਨਾਲ ਉਹਨਾਂ ਨੂੰ ਸਮਝ ਆਇਆ ਇਲਸ ਆਫ ਸੋਸਾਇਟੀ, ਯਾਨੀ ਕਿ ਜਿਹੜੀਆਂ ਸੋਸਾਇਟੀ ਦੀਆਂ ਬੁਰਾਈਆਂ ਨੇ ਉਹਨਾਂ ਨੂੰ ਸਮਝ ਆਈਆਂ ਸਕੂਲ 'ਚ ਜਾ ਕੇ। ਕੀ ਸੀ ਉਹ ਬੁਰਾਈਆਂ? ਆਪਾਂ ਨੂੰ ਨੈਕਸਟ ਪਤਾ ਲੱਗੇਗਾ ਜਾ ਕੇ। ਰਵਿਦਾਸ ਰੀਅਲਾਈਜ਼ਡ, ਉਹਨਾਂ ਨੂੰ ਮਹਿਸੂਸ ਹੋਇਆ ਕਿ ਅ ਚਾਈਲਡ ਬੋਰਨ ਇਨ ਲੋ ਕਾਸਟ ਵਾਜ਼ ਨੋਟ ਟਰੀਟਡ ਵੈਲ ਇਨ ਦਾ ਸੁਸਾਇਟੀ। ਕਿ ਜਿਹੜਾ ਬੱਚਾ ਹੈ, ਜੇਕਰ ਉਹ ਲੋ ਕਾਸਟ ਵਿੱਚ, ਨੀਵੀਂ ਜਾਤ ਵਿੱਚ ਪੈਦਾ ਹੁੰਦਾ ਹੈ, ਤਾਂ ਉਹਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਉਹਨੂੰ ਟਰੀਟ ਨਹੀਂ ਕੀਤਾ ਜਾਂਦਾ, ਯਾਨੀ ਕਿ ਸੁਸਾਇਟੀ ਵਿੱਚ ਉਹਨੂੰ ਟਰੀਟ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਇਹ ਮਹਿਸੂਸ ਹੋਇਆ ਸਕੂਲ 'ਚ ਜਾ ਕੇ। ਇਨ ਸੱਚ ਐਨ ਅਨਫਰੈਂਡਲੀ ਐਟਮੋਸਫੇਅਰ, ਅਜਿਹੇ ਅਨਫਰੈਂਡਲੀ ਵਾਤਾਵਰਨ ਵਿੱਚ ਜਿਹੜਾ ਕਿ ਉਹਨਾਂ ਦੇ ਨਾਲ ਉਪਯੁਕਤ ਨਹੀਂ ਸੀ ਵਾਤਾਵਰਨ, ਅਨਫਰੈਂਡਲੀ ਸੀਗਾ, ਫਰੈਂਡਲੀ ਨਹੀਂ ਸੀ। ਅਜਿਹੇ ਮਾਹੌਲ ਦੇ ਵਿੱਚ ਲਿਟਲ ਰਵਿਦਾਸ, ਉਹ ਛੋਟੇ ਰਵਿਦਾਸ ਨੇ ਕੁਡ ਨੋਟ ਪੁੱਟ ਹਿਜ਼ ਹਾਰਟ ਇਨਟੂ ਸਟੱਡੀਜ਼। ਉਹ ਛੋਟੇ ਰਵਿਦਾਸ ਨੇ ਆਪਣਾ ਮਨ ਪੜ੍ਹਾਈ ਵਿੱਚ ਨਹੀਂ ਲਾ ਸਕੇ। ਕਿਸ ਗੱਲਾਂ ਕਰਕੇ? ਇਹਨਾਂ ਗੱਲਾਂ ਕਰਕੇ ਜਿਹੜੀ ਛੋਟੀ ਕਾਸਟ ਨੂੰ, ਛੋਟੀ ਜਾਤ ਨੂੰ ਵਧੀਆ ਤਰੀਕੇ ਨਾਲ ਉੱਥੇ ਟਰੀਟ ਨਹੀਂ ਕੀਤਾ ਜਾਂਦਾ ਸੋਸਾਇਟੀ 'ਚ। ਉਹਨਾਂ ਨੂੰ ਇਹ ਲੱਗਿਆ ਸਕੂਲ 'ਚ ਜਾ ਕੇ, ਤਾਂ ਕਰਕੇ ਉਹਨਾਂ ਦਾ ਮਨ ਸੀ ਜਿਹੜਾ ਉਹ ਪੜ੍ਹਾਈ ਵਿੱਚ ਨਹੀਂ ਲੱਗਿਆ। ਔਫਨ ਹੀ ਵੁੱਡ ਸਿਟ, ਕਿੱਥੇ? ਅਲੋਨ ਐਂਡ ਥਿੰਕ ਡੀਪਲੀ। ਅਕਸਰ ਹੀ ਉਹ ਇਕੱਲੇ ਬੈਠੇ ਰਹਿੰਦੇ ਅਤੇ ਥਿੰਕ ਡੀਪਲੀ ਅਤੇ ਡੂੰਘਾਈ ਨਾਲ ਇਸ 'ਤੇ ਸੋਚਦੇ ਰਹਿੰਦੇ। ਇਟ ਵੁੱਡ ਦੈਨ ਅਪੀਅਰ ਐਜ਼ ਇਫ ਹੀ ਵਰ ਇਨ ਡੀਪ ਸਮਾਧੀ। ਅਜਿਹਾ ਲੱਗਦਾ ਸੀ ਕਿ ਉਹ ਕਿਸੇ ਗਹਿਰੀ ਸਮਾਧੀ ਵਿੱਚ ਨੇ। ਰਵਿਦਾਸ ਹੈਡ ਨੋ ਇੰਟਰਸਟ ਇਨ ਮਟੀਰੀਅਲ ਥਿੰਗਸ। ਉਹਨਾਂ ਦਾ ਮਟੀਰੀਅਲ ਥਿੰਗਸ ਵਿੱਚ, ਯਾਨੀ ਕਿ ਦੁਨਿਆਵੀ ਚੀਜ਼ਾਂ ਵਿੱਚ, ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਨਾ ਮਟੀਰੀਅਲ ਥਿੰਗਸ ਹੁੰਦਾ, ਯਾਨੀ ਕਿ ਜਿਹੜੀ ਚੀਜ਼ਾਂ ਆਪਾਂ ਨੂੰ ਵਧੀਆ ਲੱਗਦੀਆਂ ਨੇ, ਜਿਵੇਂ ਮਕਾਨ, ਕਾਰ, ਹੈ ਨਾ, ਪੈਸਾ, ਹੋਰ, ਇਹਨਾਂ ਵਿੱਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ। ਇੰਟਰਸਟ ਮਤਲਬ ਉਹਨਾਂ ਦਾ ਕੋਈ ਵੀ ਦਿਲਚਸਪੀ ਨਹੀਂ ਸੀ। ਹੀ ਵਾਜ਼ ਓਨਲੀ ਇੰਟਰਸਟਡ ਇਨ ਮੈਟਰਸ ਰਿਲੇਟਡ ਟੂ ਦਾ ਸਪਿਰਿਟ। ਉਹ ਉਹਨਾਂ ਚੀਜ਼ਾਂ 'ਚ ਇੰਟਰਸਟ ਲੈਂਦੇ ਸੀ ਜਿਹੜੇ ਕਿ ਆਪਣੀ ਆਤਮਾ ਨਾਲ ਸੰਬੰਧਿਤ ਸੀ। ਹੀ ਵਾਂਟਡ ਟੂ ਗੇਨ ਸਪਿਰਿਚੁਅਲ ਨੌਲੇਜ। ਉਹ ਅਧਿਆਤਮਿਕ ਜਾਣਕਾਰੀ ਲੈਣਾ ਚਾਹੁੰਦੇ ਸੀ। ਹੀ ਵਾਜ਼ ਇਨ ਸਰਚ ਆਫ ਸਮ ਸਪਿਰਿਚੁਅਲ ਟੀਚਰ
who could show him the right path। ਉਹ ਇੱਕ ਅਜਿਹੇ ਸਪਿਰਿਚੁਅਲ ਟੀਚਰ ਦੇ ਭਾਲ ਵਿੱਚ ਸੀ। ਸਪਿਰਿਚੁਅਲ ਟੀਚਰ ਮਤਲਬ ਜਿਹੜਾ ਕਿ ਆਪਾਂ ਨੂੰ ਧਰਮ ਬਾਰੇ, ਪਰਮਾਤਮਾ ਨਾਲ ਮਿਲਾਉਣ ਬਾਰੇ ਜਿਹੜਾ ਹੁੰਦਾ ਹੈ ਉਹਦੀ ਜਾਣਕਾਰੀ ਦੇਵੇ। ਉਹਨਾਂ ਦੀ ਉਹ ਭਾਲ ਵਿੱਚ ਸੀਗੇ ਜਿਹੜਾ ਕਿ ਉਹਨਾਂ ਨੂੰ ਸਹੀ ਰਸਤਾ ਦਿਖਾ ਸਕੇ। ਸੂਨ ਹੀ became a disciple of ਸਵਾਮੀ ਰਾਮਾਨੰਦ। ਜਲਦੀ ਹੀ ਉਹ ਸਵਾਮੀ ਰਾਮਾਨੰਦ ਜੀ ਦੇ ਚੇਲੇ ਬਣ ਗਏ। ਡਿਸਾਈਪਲ ਮਤਲਬ ਚੇਲਾ ਉਹਨਾਂ ਦੇ ਉਹ ਸ਼ਾਗਿਰਦ ਬਣ ਗਏ, ਚੇਲੇ ਬਣ ਗਏ। ਰਵੀਦਾਸ ਸਟੇਡ ਵਿਦ ਦਾ ਸਵਾਮੀ ਫੋਰ ਸਮ ਟਾਈਮ। ਕੁਛ ਦੇਰ ਤੱਕ ਉਹ ਸਵਾਮੀ ਜੀ ਨਾਲ ਰਹੇ। ਦੇਅਰ ਵਾਜ਼ ਅ ਕੰਪਲੀਟ ਚੇਂਜ ਇਨ ਹਿਜ਼ ਲਾਈਫ। ਇਸ ਨਾਲ ਸੰਤ ਰਵੀਦਾਸ ਜੀ ਦੀ ਲਾਈਫ ਵਿੱਚ ਬਹੁਤ ਚੇਂਜ ਆ ਗਿਆ। ਸਵਾਮੀ ਰਾਮਾਨੰਦ's lectures left a great impression on his young mind। ਸਵਾਮੀ ਰਾਮਾਨੰਦ ਜੀ ਦੇ ਜਿਹੜੇ ਲੈਕਚਰ ਸੀਗੇ, ਜਿਹੜੇ ਭਾਸ਼ਣ ਸੀਗੇ, ਉਹਨਾਂ ਨੇ ਯੰਗ ਮਾਈਂਡ ਸੀ, ਯਾਨੀ ਕਿ ਜਿਹੜੇ ਰਵੀਦਾਸ ਜੀ ਦਾ ਯੰਗ ਮਾਈਂਡ ਸੀਗਾ, ਛੋਟੇ ਸੀ ਉਹ 'ਤੇ ਬਹੁਤ ਗਹਿਰਾ ਪ੍ਰਭਾਵ ਛੱਡਿਆ। ਗ੍ਰੇਟ ਇੰਪਰੈਸ਼ਨ ਮਤਲਬ ਗਹਿਰਾ ਪ੍ਰਭਾਵ ਪਾਇਆ। ਇਹਨਾਂ ਨੇ ਸਵਾਮੀ ਰਾਮਾਨੰਦ ਜੀ ਦੇ ਲੈਕਚਰਸ ਨੇ, ਉਪਦੇਸ਼ਾਂ ਨੇ ਉਹ ਛੋਟੇ ਰਵੀਦਾਸ ਜੀ 'ਤੇ ਬਹੁਤ ਗਹਿਰਾ ਪ੍ਰਭਾਵ ਪਾਇਆ, ਕਿਉਂਕਿ ਉਹ ਸਪਿਰਿਚੁਅਲ ਗੁਰੂ ਉਹਨਾਂ ਨੂੰ ਮਿਲ ਚੁੱਕੇ ਸੀ, ਤਾਂ ਹੁਣ ਉਹਦੇ ਪ੍ਰਭਾਵ ਪੈਣਾ ਲਾਜ਼ਮੀ ਸੀ। ਥਰੂ ਦੀਜ਼ ਸਰਮਨਸ। ਸਰਮਨ ਹੁੰਦਾ ਬੇਟਾ ਉਪਦੇਸ਼। ਜਦੋਂ ਕੋਈ ਟੀਚਰ ਆਪਾਂ ਨੂੰ ਸਪਿਰਿਚੁਅਲ ਟ੍ਰੇਨਿੰਗ ਦਿੰਦੇ ਨੇ, ਦੱਸਦੇ ਨੇ, ਐਨਲਾਈਟਮੈਂਟ ਆਪਣੀ ਜਾਂਦੀ ਹੈ, ਤਾਂ ਸਰਮਨਸ ਹੁੰਦੇ ਨੇ। ਇਹਨਾਂ ਸਰਮਨਸ ਉਪਦੇਸ਼ਾਂ ਨਾਲ ਥਰੂ ਦੀ ਸਰਮਨ ਹੀ ਕੇਮ ਟੂ ਅੰਡਰਸਟੈਂਡ, ਉਹਨਾਂ ਨੂੰ ਸਮਝ ਆਇਆ ਕਿ ਦਾ ਟਰੂ ਮੀਨਿੰਗ ਆਫ ਲਾਈਫ, ਉਹਨਾਂ ਨੂੰ ਜ਼ਿੰਦਗੀ ਦਾ ਅਸਲ ਮੀਨਿੰਗ ਸਮਝ ਆਇਆ। ਹੀ ਕੇਮ ਟੂ ਨੋ ਆਫ ਦਾ ਐਂਸ਼ੀਐਂਟ ਇੰਡੀਅਨ ਵਿਜ਼ਡਮ ਐਂਡ ਕਲਚਰ। ਉਹਨਾਂ ਨੂੰ ਹੁਣ ਪੁਰਾਤਨ ਭਾਰਤ ਦੀ ਸੋਚ ਅਤੇ ਸਮਝ ਜੋ ਸੀ, ਸੱਭਿਆਚਾਰ ਸਮਝ ਆਉਣ ਲੱਗਿਆ। ਦਾ ਫੀਲਡ ਵਾਜ਼ ਰੈਡੀ, the seed was sown and the crop did not take long to reap। ਕਿਵੇਂ ਨਹੀਂ ਹੋਇਆ ਕਿ ਫੀਲਡ ਵਾਜ਼ ਰੈਡੀ, ਯਾਨੀ ਕਿ ਜਿਵੇਂ ਆਪਾਂ ਕੋਈ ਖੇਤ ਤਿਆਰ ਕਰਦੇ ਹਾਂ, ਪਹਿਲਾਂ ਉਸ ਨੂੰ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰਦੇ ਹਾਂ, ਫਿਰ ਆਪਾਂ ਉਸ 'ਚ ਬੀਜ ਪਾਉਂਦੇ ਹਾਂ, ਤਾਂ ਆਪਾਂ ਕਹਿੰਦੇ ਹੁਣ ਫਸਲ ਲਈ ਇਹ ਤਿਆਰ ਹੈ। ਇਸੇ ਤਰੀਕੇ ਨਾਲ ਜਿਹੜਾ ਯੰਗ ਮਾਈਂਡ ਸੀਗਾ ਰਵੀਦਾਸ ਜੀ ਦਾ, ਉਹਨਾਂ ਦਾ ਮਾਈਂਡ ਬਿਲਕੁਲ ਤਿਆਰ ਸੀ ਸਿੱਖਣ ਵਾਸਤੇ। ਉਹਨਾਂ 'ਚ ਬੀਜ ਪਾ ਚੁੱਕੇ ਸੀਗੇ ਸਵਾਮੀ ਰਾਮਾਨੰਦ ਜੀ। ਉਹਨਾਂ ਨੇ ਮਤਲਬ ਸਮਝਾ ਚੁੱਕੇ ਸੀ ਦੁਨੀਆ ਬਾਰੇ, ਸਾਰਾ ਪਰਮਾਤਮਾ ਬਾਰੇ। ਤਾਂ ਹੁਣ ਜਿਹੜੀ ਸੀ ਫਸਲ ਨੂੰ ਜ਼ਿਆਦਾ ਦੇਰ ਨਹੀਂ ਸੀ ਪੱਕਣ ਵਿੱਚ, ਯਾਨੀ ਕਿ ਹੁਣ ਉਹਨਾਂ ਨੂੰ ਜਿਹੜੀ ਸੀ ਐਨਲਾਈਟਮੈਂਟ ਰਵੀਦਾਸ ਜੀ ਨੂੰ ਆਉਣ ਵਾਲੀ ਸੀ ਛੇਤੀ। ਉਹਨਾਂ ਨੂੰ ਬਹੁਤ ਜ਼ਿਆਦਾ ਸੋਝੀ ਆਉਣ ਵਾਲੀ ਸੀ, ਕਿਉਂਕਿ ਉਹਨਾਂ ਨੂੰ ਸਪਿਰਿਚੁਅਲ ਗੁਰੂ ਮਿਲ ਚੁੱਕੇ ਸੀ, ਸਵਾਮੀ ਰਾਮਾਨੰਦ ਜੀ। ਵੈਨ ਦਾ ਗੁਰੂ ਵਾਜ਼ ਸੈਟਿਸਫਾਈਡ that the spiritual flame had been kindled permanently, he asked Ravidas to return home and live the way he wanted to live। ਜਦੋਂ ਗੁਰੂ ਜੀ ਸੈਟਿਸਫਾਈ ਹੋ ਗਏ ਕਿ ਜਿਹੜੀ ਸਪਿਰਿਚੁਅਲ ਫਲੇਮ ਹੈ ਹੈਡ ਬੀਨ kindled permanently, ਕਿ ਜਿਹੜੀ ਸਪਿਰਿਚੁਅਲ ਫਲੇਮ ਹੁੰਦਾ, ਯਾਨੀ ਕਿ ਆਪਾਂ ਸਪਿਰਿਚੁਅਲ ਵਾਲੇ ਪਾਸੇ ਜਾਣ ਵਾਸਤੇ, ਧਰਮ ਵਾਲੇ ਪਾਸੇ ਜਾਣ ਵਾਸਤੇ, ਆਤਮਾ ਵਾਲੇ ਪਾਸੇ ਜਾਣ ਵਾਸਤੇ ਆਪਣਾ ਜੋ ਆਪਾਂ ਨੂੰ ਜਿਹੜੀ ਉਹ ਕਿੰਡਲ ਹੁੰਦਾ ਹੈ, ਅੱਗ ਜਲਾ ਦੇਣਾ, ਜਿਵੇਂ ਸਟਾਰਟ ਕਰ ਦੇਣੀ ਹੈ ਨਾ, ਉਹ ਚੀਜ਼ ਕਿ ਉਹਦੀ ਅੱਗ ਆਪਾਂ ਬਾਲਣ ਬਾਲਤਾ ਅਤੇ ਹੁਣ ਉਹ ਸੀਗਾ ਪਰਮਾਨੈਂਟਲੀ ਸਪਿਰਿਚੁਅਲ ਪਾਸੇ ਚਲਾ ਜਾਊਗਾ, ਉਹਦੀ ਅੱਗ ਨੂੰ ਉੱਧਰ ਚਲੀ ਗਈ ਹੈ। ਮਤਲਬ ਇੱਥੇ ਵੀ ਮੈਟਾਫਰ ਯੂਜ਼ ਕੀਤਾ ਗਿਆ ਤੁਹਾਨੂੰ ਸਮਝਾਉਣ ਵਾਸਤੇ। ਤਾਂ ਉਹ ਚੰਗੀ ਤਰ੍ਹਾਂ ਉਹ 'ਚ ਇਨਫਿਊਜ਼ ਕਰਤਾ ਸੀਗਾ ਰਵਿਦਾਸ ਜੀ ਨੂੰ, ਵੀ ਉਹਨਾਂ ਨੂੰ ਹੁਣ ਉੱਧਰ ਹੀ ਹੋ ਗਈ ਸੀ, ਪੂਰਾ ਧਿਆਨ ਸਪਿਰਿਚੁਅਲ ਵਾਲੇ ਪਾਸੇ ਹੋ ਗਿਆ ਸੀ, ਉਹਦੀ ਅੱਗ ਲੱਗ ਚੁੱਕੀ ਸੀ। ਤਾਂ ਹੁਣ ਉਹ ਪਰਮਾਤਮਾ ਵਾਲੇ ਪਾਸੇ ਚੱਲ ਪਏ ਸੀਗੇ। ਹੀ ਆਸਕਡ ਰਵਿਦਾਸ, ਤਾਂ ਉਹਨਾਂ ਨੇ ਰਵਿਦਾਸ ਨੂੰ ਕਿਹਾ ਕਿ ਹੁਣ ਤੁਸੀਂ ਆਪਣੇ ਘਰੇ ਜਾਓ ਅਤੇ ਜਿਹੀ ਤੁਸੀਂ ਜ਼ਿੰਦਗੀ ਜੀਣਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਜੀਓ, ਜੋ ਮੈਨੇ ਕਰਨਾ ਸੀ ਮੈਂ ਕਰਤਾ, ਮੈਂ ਤੁਹਾਨੂੰ ਇਨਫਿਊਜ਼ ਕਰਤਾ, ਇੱਕ ਸਪਿਰਿਚੁਅਲ ਲਾਈਟ ਤੁਹਾਨੂੰ ਲਗਾਤੀ, ਫਲੇਮ ਲਗਾਤੀ। ਤਾਂ ਹੁਣ ਭੰਬੜ ਵੱਟ ਕੇ ਆਪਣੇ ਆਪ ਉੱਠੂਗਾ, ਤਾਂ ਤੁਹਾਡੀ ਹੁਣ ਪਰਮਾਤਮਾ ਨਾਲ ਲੱਗਣ ਜਿਹੜੀ ਆ ਉਹ ਆਪੇ ਲੱਗ ਜਾਣੀ ਹੈ। ਮੇਰਾ ਕੰਮ ਸੀ ਜਿਹੜਾ ਉਹ ਹੁਣ ਹੋ ਗਿਆ ਪੂਰਾ। ਨੈਕਸਟ ਹੈ ਜੀ he asked Ravidas to return home and live the way। okay, the enlightenment disciple now felt that he had a divine mission
ਹੀ ਹੈਡ ਏ ਡਿਵਾਈਨ ਮਿਸ਼ਨ ਟੂ ਲਿਵ ਫੋਰ। ਤਾਂ ਉਹ ਜਿਹੜੇ ਐਨਲਾਈਟਡ ਡਿਸਾਈਪਲ ਸੀ, ਉਹ ਚੇਲੇ ਜਿਹੜੇ ਰਵਿਦਾਸ ਦੀ ਗੱਲ ਕਰਦਾ ਹੈ, ਜਿਹੜੇ ਉਹਨਾਂ ਨੂੰ ਇੰਨੀ ਐਨਲਾਈਟਮੈਂਟ ਆ ਗਈ ਸੀ, ਉਹਨੇ ਫੀਲ ਕੀਤਾ ਕਿ ਮੇਰਾ ਇੱਕ ਹੋਰ ਡਿਵਾਈਨ ਮਿਸ਼ਨ ਹੈ। ਹੁਣ ਮੈਂ ਆਪਣੇ ਘਰੇ ਆ ਕੇ ਆਪਣੀ ਜ਼ਿੰਦਗੀ ਜਿਹੀ ਤਰੀਕੇ ਨਾਲ ਜੀਣੀ, ਇਹੋ ਜਿਹੀ ਨਹੀਂ ਜੀਣੀ ਚਾਹੁੰਦਾ। ਮੇਰਾ ਇੱਕ ਮਿਸ਼ਨ ਹੋਰ ਹੈ, ਉਹ ਕਹਿੰਦੇ ਡਿਵਾਈਨ ਮਿਸ਼ਨ ਹੈ ਮੇਰਾ, ਮਤਲਬ ਪਰਮਾਤਮਾ ਵਾਲੇ ਪਾਸੇ ਹੋਰ ਮਿਸ਼ਨ ਹੈ ਮੇਰਾ, ਮੈਂ ਉਹਦੇ ਵਾਸਤੇ ਜੀਣਾ। ਹੀ ਚੂਜ਼ ਬਨਾਰਸ ਟੂ ਬੀ ਦਾ place of his future future activities. Ravidas felt that his training in spiritual life was not yet complete. ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਨਾਰਸ ਨੂੰ ਆਪਣੀ ਫਿਊਚਰ ਦੀ ਐਕਟੀਵਿਟੀ ਵਾਸਤੇ ਇੱਕ ਜਗ੍ਹਾ ਦੇ ਤੌਰ 'ਤੇ ਚੁਣਿਆ। ਉਹਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਹਜੇ ਟ੍ਰੇਨਿੰਗ ਸੀ ਜਿਹੜੀ ਸਪਿਰਿਚੁਅਲ ਵਾਲੇ ਪਾਸੇ, ਅਧਿਆਤਮ ਵਾਲੇ ਪਾਸੇ, ਉਹ ਹਜੇ ਪੂਰੀ ਨਹੀਂ ਹੋਈ ਸੀ। ਹੀ ਹੈਡ ਏ ਡਿਜ਼ਾਇਰ ਟੂ ਹੈਵ ਮੋਰ ਐਂਡ ਮੋਰ ਆਫ ਸਪਿਰਿਚੁਅਲ ਨੌਲੇਜ। ਉਹਨਾਂ ਨੂੰ ਹਜੇ ਹੋਰ ਇਹ ਇੱਛਾ ਸੀ ਕਿ ਉਹ ਹੋਰ ਵੱਧ ਤੋਂ ਵੱਧ ਅਧਿਆਤਮਕ ਨੌਲੇਜ ਹੋਰ ਲੈ ਲੈਣ ਉਹ। ਫੋਰ ਦਿਸ, ਇਸ ਲਈ ਉਹਨਾਂ ਨੇ ਹੀ ਡਿਸਾਈਡ ਟੂ ਬਿਊਟੀਫਾਈ ਐਨ ਏਰੀਆ ਆਫ ਦਾ ਫੋਰੈਸਟ। ਇਸ ਕਰਕੇ ਉਹਨਾਂ ਨੇ ਜੰਗਲ ਦਾ ਇੱਕ ਇਲਾਕਾ ਨੂੰ ਸਾਫ ਸੁਥਰਾ ਸੁੰਦਰ ਬਣਾਉਣ ਦਾ ਡਿਸਾਈਡ ਕੀਤਾ। ਇਸ ਲਈ ਉਹਨਾਂ ਨੇ ਉਹ ਜੰਗਲ ਦਾ ਇੱਕ ਏਰੀਆ ਸਾਫ ਕੀਤਾ। ਵੇਅਰ ਹੀ ਕੁਡ ਮੈਡੀਟੇਟ in peace. One day while meditating, he felt disturbed by a sudden movement in the bushes. ਇੱਕ ਦਿਨ ਜਦੋਂ ਉਹ ਭਗਤੀ ਕਰ ਰਹੇ ਸੀ ਤਾਂ ਹੀ ਫੈਲਟ ਡਿਸਟਰਬਡ, ਤਾਂ ਉਹਨਾਂ ਨੂੰ ਥੋੜ੍ਹਾ ਡਿਸਟਰਬ ਹੋਏ। ਅਚਾਨਕ ਇੱਕ ਮੂਵਮੈਂਟ ਹੋਈ ਬੁਸ਼ਿਸ ਵਿੱਚ, ਝਾੜੀਆਂ ਵਿੱਚ ਉਹਨਾਂ ਨੇ ਕੁਛ ਮੂਵਮੈਂਟ ਹੋਈ ਤਾਂ ਉਹ ਡਿਸਟਰਬ ਹੋ ਗਏ। ਰਵਿਦਾਸ ਗੋਟ ਅਪ ਐਂਡ ਲੁਕਡ ਅਰਾਊਂਡ। ਰਵਿਦਾਸ ਜੀ ਉੱਠੇ ਤਾਂ ਉਹਨਾਂ ਨੇ ਇੱਧਰ ਉੱਧਰ ਦੇਖਿਆ। ਆ ਸ਼ੀ ਡੀਅਰ ਹੈਡ ਬੀਨ ਕਾਟ ਇਨ ਆ ਨੈਟ ਲੇਡ ਬਾਈ ਆ ਹੰਟਰ। ਤਾਂ ਇੱਕ ਮਾਦਾ ਹਿਰਨ ਇੱਕ ਨੈੱਟ ਵਿੱਚ ਫਸੀ ਹੋਈ ਸੀ, ਜਿਹੜਾ ਕਿ ਸ਼ਿਕਾਰੀ ਨੇ ਵਿਛਾਇਆ ਹੋਇਆ ਸੀ ਜਾਲ। ਦਾ ਪੂਅਰ ਐਨੀਮਲ ਵਾਜ਼ ਸਟਰਗਲਿੰਗ ਟੂ ਗੈਟ ਫਰੀ। ਉਹ ਪੂਅਰ ਐਨੀਮਲ ਸੀ ਜਿਹੜਾ, ਉਹ ਸ਼ੀ ਡੀਅਰ ਸੀ, ਹਿਰਨ ਸੀ, ਉਹ ਫਰੀ ਹੋਣ ਲਈ ਆਪਣੀ ਜੱਦੋ ਜਹਿਦ ਕਰ ਰਹੇ ਸੀ। ਐਜ਼ ਦਾ ਹੰਟਰ ਅਪਰੋਚਡ ਹਰ, ਸ਼ੀ ਲੁਕਡ ਐਟ ਹਿਮ ਵਿਦ ਬਲੀਡਿੰਗ ਆਈਜ਼। ਜਿਉਂ ਹੀ ਸ਼ਿਕਾਰੀ ਉਹਦੇ ਕੋਲ ਗਿਆ, ਉਸ ਹਿਰਨ ਦੇ ਕੋਲ ਗਿਆ, ਮਾਦਾ ਹਿਰਨ ਦੇ ਕੋਲ ਗਿਆ, ਤਾਂ ਉਸ ਮਾਦਾ ਹਿਰਨ ਨੇ ਉਹਦੇ ਵੱਲ ਲੁਕਡ ਵਿਦ ਬਲੀਡਿੰਗ ਆਈਜ਼। ਬਲੀਡਿੰਗ ਆਈਜ਼ ਮਤਲਬ ਐਨ ਜਿਵੇਂ ਉਹ ਅਪੀਲ ਕਰ ਰਹੀ ਹੋਵੇ, ਰਿਕੁਐਸਟ ਕਰ ਰਹੀ ਹੋਵੇ ਉਸ ਨੂੰ, ਹੰਟਰ ਨੂੰ, ਕਿ ਤੂੰ ਮੈਨੂੰ ਛੱਡ ਦੇ। ਹਮਦਰਦ ਮਤਲਬ ਆਪਾਂ ਕਹਿ, ਬਲੀਡਿੰਗ ਆਈਜ਼ ਮਤਲਬ ਅੱਖਾਂ 'ਚ ਐਨ ਨਮੀ ਹੋਵੇ ਨਾ, ਜੋ ਕੋਈ ਰਿਕੁਐਸਟ ਕਰਦਾ ਯਾਰ ਮੈਨੂੰ ਛੱਡ ਦਿਓ, ਰਿਕੁਐਸਟ ਹੋ ਜਾਂਦੀ ਉਸ ਤਰੀਕੇ ਨਾਲ ਦਿਖ ਰਹੀ ਸੀ। ਤਾਂ ਇਟ ਵਾਜ਼ ਐਜ਼ ਇਫ ਸ਼ੀ ਵਾਜ਼ ਬੈਗਿੰਗ ਫॉर ਮਰਸੀ। ਐਂ ਲੱਗ ਰਿਹਾ ਸੀ ਜਿਵੇਂ ਕਿ ਨਾ ਉਹ ਦਇਆ ਵਾਸਤੇ ਉਸ ਤੋਂ ਭੀਖ ਮੰਗ ਰਹੀ ਹੋਵੇ। ਕੌਣ? ਮਾਦਾ ਹਿਰਨ। ਇਟ ਵਾਜ਼ ਹਰ ਟਾਈਮ ਟੂ ਫੀਡ ਹਰ ਯੰਗ ਵਨਸ। ਇਹ ਜਿਹੜਾ ਸਮਾਂ ਸੀ ਉਸਦੇ ਛੋਟੇ ਬੱਚਿਆਂ ਨੂੰ ਫੀਡ ਕਰਨ ਦਾ ਸੀ, ਉਸ ਨੂੰ ਉਹਨੇ ਭੋਜਨ ਦੇਣਾ ਸੀਗਾ ਆਪਦੇ ਛੋਟੇ ਬੱਚਿਆਂ ਨੂੰ। ਇਹ ਉਹ ਸਮਾਂ ਸੀ। ਪਰ ਸ਼ਿਕਾਰੀ ਨੇ ਜਿਹੜਾ ਆਪਣਾ ਜਾਲ ਵਿਛਾਇਆ ਸੀ ਉਹ ਫਸ ਗਈ ਸੀ ਵਿਚਾਰੀ ਉਸ 'ਚ। ਤਾਂ ਉਹ ਰਿਕੁਐਸਟ ਕਰ ਰਹੀ ਸੀ ਬਲੀਡਿੰਗ ਆਈਜ਼ ਨਾਲ ਕਿ ਮੈਨੂੰ ਛੱਡ ਦੇ, ਮੈਂ ਤੇਰੀ ਰਿਕੁਐਸਟ ਕਰਦੀ ਹਾਂ। ਦਾ 3 fawns came jumping to her joyfully। ਜਿਹੜੇ ਉਹਦੇ 3 ਬੱਚੇ ਸੀਗੇ, ਜਿਹੜਾ ਫਾਨਸ ਇੱਥੇ ਵਰਡ ਯੂਜ਼ ਕੀਤਾ ਗਿਆ ਬੇਟਾ, FAWNS। ਫਾਨਸ ਮਤਲਬ ਛੋਟੇ ਉਹਦੇ ਬੱਚੇ ਸੀ ਜਿਹੜੇ ਹਲਕੇ ਪੀਲੇ ਭੂਰੇ ਰੰਗ ਦੇ ਉਹ ਬੱਚੇ ਸੀ। ਉਹ ਜੰਪਿੰਗ ਕਰਦੇ ਹੋਏ ਖੁਸ਼ੀ ਖੁਸ਼ੀ ਉਹਦੇ ਕੋਲ ਆਏ। ਬਟ ਦੇ ਵਰ ਸ਼ੌਕਡ ਵੈਨ ਦੇ ਸਾ ਦੇਅਰ ਮਦਰ ਇਨ ਆ ਮਿਜ਼ਰੇਬਲ ਪਲਾਈਟ। ਉਹ ਭੱਜੇ ਭੱਜੇ ਆਏ ਬੱਚੇ, ਤਾਂ ਉਹਨਾਂ ਨੇ, ਪਰ ਉਹ ਇੱਕਦਮ ਸ਼ੌਕਡ ਹੋ ਗਏ, ਹੈਰਾਨ ਹੋ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਉਹਦੀ ਜਿਹੜੀ ਮਾਤਾ ਸੀ, ਮਾਂ ਸੀ ਉਹਨਾਂ ਦੀ, ਉਹ ਇੱਕ ਮਿਜ਼ਰੇਬਲ ਬਹੁਤ ਹੀ ਦੁੱਖ ਭਰੀ ਸਥਿਤੀ ਵਿੱਚ ਸੀ। ਪਲਾਈਟ ਮਤਲਬ ਉਹਦੀ ਦੁਰਦਸ਼ਾ ਸੀ ਜਿਹੜੀ, ਉਹ ਬਹੁਤ ਹੀ ਮਿਜ਼ਰੇਬਲ ਸੀ, ਉਹ ਬਹੁਤ ਹੀ ਮਾੜੀ ਸਥਿਤੀ ਵਿੱਚ ਸੀ। ਦਾ ਮਦਰ ਐਂਡ ਹਰ ਯੰਗ ਵਨਸ ਵਰ ਆ ਪੇਨਫੁਲ ਪਿਕਚਰ ਆਫ ਮਿਜ਼ਰੀ ਐਂਡ ਹੈਲਪਲੈਸਨੈਸ। ਤਾਂ ਹੁਣ ਜਿਹੜੇ ਮਾਤਾ ਅਤੇ ਉਹਦੇ ਬੱਚੇ ਸੀ, ਉਹ ਫਾਨਸ ਜਿਹੜੇ 3 ਫਾਨਸ ਸੀਗੇ, ਉਹ ਇੱਕ ਪੇਨਫੁਲ ਪਿਕਚਰ ਸੀ ਮਿਜ਼ਰੀ ਅਤੇ ਹੈਲਪਲੈਸਨੈਸ ਦੀ। ਮਤਲਬ ਇਹ ਇੱਕ ਸੀਨ ਦਾ ਇਮੈਜਿਨ ਕਰ ਸਕਦੇ ਹੋ ਤੁਸੀਂ। ਨੈਕਸਟ ਪੈਰਾਗ੍ਰਾਫ। Their silent prayers and their sad eyes
ਕੁਡ ਹੈਵ ਮੈਲਟਡ ਈਵਨ ਅ ਹਾਰਟ ਆਫ ਸਟੋਨ। ਉਹਨਾਂ ਦੀ ਜਿਹੜੀਆਂ ਸਾਇਲੈਂਟ ਪ੍ਰੇਅਰ ਸੀ, ਜਿਹੜੀਆਂ ਉਹ ਦੁਆਵਾਂ ਕਰ ਰਹੇ ਸੀਗੇ ਆਪਣੇ ਮਨ ਵਿੱਚ, ਅਤੇ ਉਹਨਾਂ ਦੀਆਂ ਉਦਾਸ ਜਿਹੜੀਆਂ ਅੱਖਾਂ ਸੀ ਉਹ ਕਿਸੇ ਵੀ ਪੱਥਰ ਦਿਲ ਨੂੰ ਪਿਘਲਾ ਸਕਦੇ ਸੀ, ਪਿਘਲਾ ਸਕਦੇ ਸੀ। ਬਟ ਦਾ ਕਰੂਅਲ ਹੰਟਰ ਰਿਮੇਨਡ ਅਨਮੂਵਡ। ਪਰ ਉਹ ਜਿਹੜਾ ਕਰੂਅਲ ਹੰਟਰ ਮਤਲਬ ਜਿਹੜਾ ਉਹ ਸ਼ਿਕਾਰੀ ਸੀਗਾ, ਨਿਰਦਈ ਸ਼ਿਕਾਰੀ ਸੀਗਾ, ਉਹਨੂੰ ਕੋਈ ਫਰਕ ਨਹੀਂ ਪਿਆ। ਹਿਜ਼ ਆਈਜ਼ ਸ਼ੋਡ ਨੋ ਟਰੇਸ ਆਫ ਪੀਟੀ ਔਰ ਕਾਈਂਡਨੈਸ। ਉਹਦੀਆਂ ਅੱਖਾਂ ਨੇ ਕੋਈ ਵੀ ਦਇਆ ਜਾਂ ਨਿਮਰਤਾ ਨਹੀਂ ਦਿਖਾਈ। ਹੀ ਸਟੈਪਡ ਫਾਰਵਰਡ ਟੂ ਕੈਪਚਰ ਦ ਐਨੀਮਲ ਐਂਡ ਹਰ ਯੰਗ ਵਨਸ। ਉਹ ਉਸ ਮਾਦਾ ਹਿਰਨ ਨੂੰ ਫੜਨ ਅਤੇ ਉਹਦੇ ਬੱਚੇ ਨੂੰ ਫੜਨ ਲਈ ਅੱਗੇ ਵਧਿਆ। ਸਟੈਪਡ ਫਾਰਵਰਡ ਮਤਲਬ ਉਹ ਅੱਗੇ ਵਧਿਆ ਕਿ ਉਹਨਾਂ ਸਾਰਿਆਂ ਨੂੰ ਉਹ ਫੜ ਲਵੇ। ਐਜ਼ ਰਵੀਦਾਸ ਲੁਕਡ ਐਟ ਦੈਮ ਹਿਜ਼ ਹਾਰਟ ਮੈਲਟਡ ਇਨ ਪਿਟੀ। ਜਿਉਂ ਹੀ ਰਵੀਦਾਸ ਨੇ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਸੀ ਜਿਹੜਾ ਉਹ ਦਇਆ ਨਾਲ ਪਿਘਲ ਗਿਆ। ਮੈਲਟਡ ਮਤਲਬ ਪਿਘਲ ਗਿਆ, ਕਿਹਦੇ ਨਾਲ? ਪਿਟੀ ਮਤਲਬ ਦਇਆ ਨਾਲ ਪਿਘਲ ਗਿਆ। ਹੀ ਫੈਲਟ ਇਟ ਹਿਜ਼ ਡਿਊਟੀ ਟੂ ਸੇਵ ਦਾ ਪੂਅਰ ਹੈਲਪਲੈਸ ਐਨੀਮਲ ਫਰੋਮ ਡੈਥ। ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਦੀ ਡਿਊਟੀ ਹੈ ਵੀ ਉਹ ਹੈਲਪਲੈਸ ਐਨੀਮਲਸ ਨੇ ਜਿਹੜੇ ਉਹ ਚਾਰੇ, ਉਹਨਾਂ ਨੂੰ ਮੌਤ ਤੋਂ ਬਚਾਵੇ। ਹੀ ਵੈਂਟ ਅਪ ਟੂ ਦ ਹੰਟਰ ਐਂਡ ਸਪੋਕ ਲਾਈਕ ਦਿਸ। ਉਹ ਉਸ ਹੰਟਰ ਕੋਲ ਗਏ ਅਤੇ ਉਹਨਾਂ ਨੂੰ ਇਸ ਤਰੀਕੇ ਨਾਲ ਬੋਲਿਆ। ਕਿਸ ਤਰੀਕੇ ਨਾਲ ਬੋਲਿਆ? ਜੋ ਆਪਾਂ ਹੁਣ ਨੈਕਸਟ ਪੈਰਾ 'ਚ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਬੋਲੇ ਉਹਨਾਂ ਨੂੰ। ਉਹਨਾਂ ਨੇ ਕਿਹਾ ਕਿ ਵੀ ਆਲ ਆਰ ਦ ਚਿਲਡਰਨ ਆਫ ਦ ਸੇਮ ਗੋਡ। ਅਸੀਂ ਸਾਰੇ ਇੱਕੋ ਹੀ ਪਰਮਾਤਮਾ ਦੇ ਬੱਚੇ ਹਾਂ। ਗੋਡ ਇਜ਼ ਆਵਰ ਲਵਿੰਗ ਫਾਦਰ। ਪਰਮਾਤਮਾ ਸਾਡਾ ਪਿਆਰਾ ਪਿਤਾ ਹੈ। ਇਟ ਇਜ਼ ਦ ਡਿਵਾਈਨ ਅਸੈਂਸ ਡੈਟ ਰਨਸ ਇਨ ਦ ਹਿਊਮਨ ਹਾਰਟ ਐਜ਼ ਲਵ। ਇਹ ਇੱਕ ਡਿਵਾਈਨ ਅਸੈਂਸ ਹੈ ਜਿਹੜਾ ਕਿ ਸਾਡੇ ਹਿਊਮਨ ਹਾਰਟ ਐਜ਼ ਲਵ, ਜਿਹੜਾ ਕਿ ਸਾਡੇ ਦਿਲ ਵਿੱਚ, ਹਿਊਮਨ ਦੇ ਮਾਨਵ ਦੇ ਦਿਲ ਵਿੱਚ ਪਿਆਰ, ਜਿਹੜਾ ਪਿਆਰ ਭਰਿਆ ਹੋਇਆ ਹੈ, ਇਹ ਇੱਕ ਡਿਵਾਈਨ ਸੈਂਸ ਹੀ ਹੈ। ਪਰਮਾਤਮਾ ਦਾ ਇਹ ਤੱਤ ਹੈ, ਇੱਕ ਬ੍ਰਹਮ ਤੱਤ ਹੈ। ਇਹ ਪਰਮਾਤਮਾ ਦਿੱਤਾ ਹੋਇਆ ਆਪਾਂ ਨੂੰ ਡਿਵਾਈਨ ਵਰਚਿਊ ਹੈ ਕਿ ਜਿਹੜਾ ਸਾਡੇ ਦੇ ਵਿੱਚ ਪਿਆਰ ਹੈ, ਇਹ ਉਹਨਾਂ ਵੱਲੋਂ ਹੀ ਹੈ। ਇਟ ਇਜ਼ ਅ ਡਿਵਾਈਨ ਸੈਂਸ ਡੈਟ ਫਿਲਸ ਦਾ ਰੋਜ਼ ਵਿਦ ਫਰੈਗਰੈਂਸ। ਇਹ ਡਿਵਾਈਨ ਸੈਂਸ ਹੀ ਹੈ ਕਿ ਡਿਵਾਈਨ ਸੈਂਸ ਹੈ, ਪਰਮਾਤਮਾ ਦੀ ਕਿਰਪਾ ਹੀ ਹੈ, ਪਰਮਾਤਮਾ ਦਾ ਤੱਤ ਹੈ ਜਿਹੜਾ ਕਿ ਫੁੱਲ ਨੂੰ ਖੁਸ਼ਬੂ ਨਾਲ ਭਰਦਾ ਹੈ। ਅਗੇਨ ਫਿਰ ਉਹਨਾਂ ਅੱਗੇ ਕਿਹਾ ਕਿ ਇਟ ਇਜ਼ ਦ ਡਿਵਾਈਨ ਸੈਂਸ ਡੈਟ ਫਿਲਸ ਦਾ ਰੇਨਬੋ ਵਿਦ ਬਿਊਟੀ। ਇਹ ਡਿਵਾਈਨ ਸੈਂਸ ਹੀ ਹੈ, ਇਹ ਪਰਮਾਤਮਾ ਦੀ ਸ਼ਕਤੀ ਹੀ ਹੈ ਕਿ ਜਿਹੜੀ ਉਹ ਰੇਨਬੋ ਹੁੰਦੀ ਹੈ, ਇੰਦਰਧਨੁਸ਼ ਹੁੰਦਾ ਹੈ, ਉਸ ਨੂੰ ਸੁੰਦਰ ਬਣਾਉਂਦਾ ਹੈ। ਕਿ ਸਾਰਾ ਇਹ ਇੱਕ ਡਿਵਾਈਨ ਸੈਂਸ ਦੀ ਹੀ ਹੈ ਨਾਲ ਦੁਨੀਆ ਚੱਲ ਰਹੀ ਹੈ। ਜੋ ਸਾਰਾ ਕੁਛ ਆਪਾਂ ਦੇਖ ਰਹੇ ਹਾਂ ਹੋ ਰਿਹਾ ਇੱਥੇ ਪਰਮਾਤਮਾ ਦੀ ਮਰਜ਼ੀ ਹੈ, ਇਹ ਪਰਮਾਤਮਾ ਦਾ ਸਾਰ ਹੈ ਸਾਰਾ ਕੁਛ। ਇਹ ਰਵੀਦਾਸ ਜੀ ਨੇ ਉਸ ਹੰਟਰ ਨੂੰ ਕਹਿ ਰਹੇ ਸੀ। ਇਟ ਇਜ਼ ਅ ਡਿਵਾਈਨ ਸੈਂਸ ਡੈਟ ਫਿਲਸ ਦ ਬਰਡਸ ਵਿਦ ਜੋਏ, ਦ ਐਪਲ ਵਿਦ ਜੂਸ ਐਂਡ ਦ ਵੋਇਸ ਵਿਦ ਸਵੀਟਨੈਸ। ਇਹ ਡਿਵਾਈਨ ਸੈਂਸ ਹੀ ਹੈ ਜਿਹੜੀ ਕਿ ਪੰਛੀਆਂ ਨੂੰ ਜੋਏ ਨਾਲ, ਆਨੰਦ ਨਾਲ, ਅਤੇ ਜਿਹੜਾ ਐਪਲ ਦੇ ਵਿੱਚ ਜੂਸ ਆਉਂਦਾ, ਸੇਬਾਂ ਜੂਸ ਆਉਂਦਾ, ਅਤੇ ਜਿਹੜੀ ਮਨੁੱਖ ਦੀ ਆਵਾਜ਼ ਹੈ, ਆਪਣੀ ਆਵਾਜ਼ ਹੈ, ਜਿਹੜੀ ਸਾਰਿਆਂ ਦੀ ਆਵਾਜ਼ ਹੈ, ਕ੍ਰੀਏਚਰਸ ਦੀ, ਉਹ 'ਚ ਜਿਹੜੀ ਮਿਠਾਸ ਆਉਂਦੀ ਹੈ, ਇਹ ਪਰਮਾਤਮਾ ਦੇ ਬ੍ਰਹਮ ਤੱਤ ਕਰਕੇ ਹੀ ਆਉਂਦੀ ਹੈ। ਦੇਅਰਫੋਰ ਵੀ ਸ਼ੁੱਡ ਲਵ ਐਵਰੀ ਕ੍ਰੀਏਚਰ ਲਿਵਿੰਗ ਔਨ ਦਿਸ ਅਰਥ। ਇਸ ਲਈ ਸਾਨੂੰ ਹਰੇਕ ਜੀਵ ਨਾਲ, ਜਿਹੜਾ ਵੀ ਧਰਤੀ 'ਤੇ ਰਹਿੰਦਾ ਹੈ, ਉਸ ਨੂੰ ਪਿਆਰ ਕਰਨਾ ਚਾਹੀਦਾ ਹੈ। ਆਲ ਫਾਰਮਸ ਆਫ ਲਾਈਫ ਆਰ ਸੈਕਰੇਟ। ਸੈਕਰੇਟ ਹੁੰਦਾ ਪਵਿੱਤਰ। ਤਾਂ ਜਿਹੜੀ ਆਲ ਫਾਰਮਸ ਆਫ ਲਾਈਫ ਨੇ, ਜਿਸ ਤਰ੍ਹਾਂ ਦੀ ਵੀ ਜ਼ਿੰਦਗੀ ਧਰਤੀ 'ਤੇ ਹੈ, ਉਹ ਸਾਰੀ ਪਵਿੱਤਰ ਹੈ। ਕਿਉਂ? ਕਿਉਂਕਿ ਉਹ ਪਰਮਾਤਮਾ ਨੇ ਹੀ ਬਣਾਈ ਹੈ। ਆਪਣਾ ਜੋ ਫਾਦਰ ਹੈ, ਉਹ ਆਪਣਾ ਉਹ ਹੈ ਪਰਮਾਤਮਾ, ਉਹਦੇ ਡਿਵਾਈਨ ਸੈਂਸ ਕਰਕੇ ਹੀ ਸਾਰੀ ਦੁਨੀਆ ਚੱਲ ਰਹੀ ਹੈ, ਉਹਨਾਂ ਦੀ ਸਾਰੀ ਬਣਾਈ ਹੋਈ ਹੈ ਇਹ। ਇਟ ਇਜ਼ ਮੈਨਸ ਮੋਸਟ ਸੈਕਰੇਟ ਡਿਊਟੀ ਟੂ ਬ੍ਰਿੰਗ ਪੀਸ ਟੂ ਆ ਟਰਬਲਡ ਹਾਰਟ। ਇਹ ਇਨਸਾਨ ਦੀ ਸਭ ਤੋਂ ਜ਼ਿਆਦਾ ਪਵਿੱਤਰ ਡਿਊਟੀ ਇਹ ਬਣਦੀ ਹੈ ਕਿ ਉਹ ਕਿਸੇ ਵੀ ਟਰਬਲਡ ਹਾਰਟ ਹੈ, ਜੇਕਰ ਕੋਈ ਦੁਖੀ ਹੈ ਤਾਂ ਉਸ ਨੂੰ ਉਹ ਸ਼ਾਂਤੀ ਦੇਵੇ। ਵੀ ਸ਼ੁੱਡ ਨੈਵਰ ਕਾਜ਼ ਪੇਨ, ਸਫਰਿੰਗ ਔਰ ਡੈਥ ਟੂ ਐਨੀ ਲਿਵਿੰਗ ਬੀਇੰਗ। ਸਾਨੂੰ ਕਦੇ ਵੀ ਕਿਸੇ ਵੀ ਜੀਵ ਨਾਲ ਉਸ ਨੂੰ ਕੋਈ ਤਕਲੀਫ ਜਾਂ ਦੁੱਖ ਦਰਦ ਜਾਂ ਉਸ ਨੂੰ ਮੌਤ ਨਹੀਂ ਦੇਣੀ ਚਾਹੀਦੀ। ਵੀ ਸ਼ੁੱਡ ਲਵ ਆਲ ਥਿੰਗਸ ਗ੍ਰੇਟ ਔਰ ਸਮਾਲ। ਛੋਟੀਆਂ ਚਾਹੇ ਵੱਡੀਆਂ, ਸਾਨੂੰ ਸਾਰੀਆਂ ਚੀਜ਼ਾਂ ਨਾਲ ਪਿਆਰ ਕਰਨਾ ਚਾਹੀਦਾ ਹੈ। ਈਵਨ ਅ ਟਾਈਨੀ ਇਨਸੈਕਟ ਇਨ ਗਰਾਸ ਇਜ਼ ਐਜ਼ ਸੈਕਰੇਟ
ਐਜ਼ ਆ ਹਿਊਮਨ ਚਾਈਲਡ। ਇੱਥੋਂ ਤੱਕ ਕਿ ਜਿਹੜਾ ਛੋਟਾ ਜਿਹਾ ਇਨਸੈਕਟ ਹੈ, ਕੋਈ ਵੀ ਛੋਟਾ ਜਿਹਾ ਜੀਵ ਹੈ ਘਾਹ ਦੇ ਵਿੱਚ, ਉਹ ਓਨਾ ਹੀ ਪਵਿੱਤਰ ਹੈ ਜਿੰਨਾ ਕਿ ਇੱਕ ਇਨਸਾਨ ਦਾ ਬੱਚਾ। ਹਿਊਮਨ ਚਾਈਲਡ ਜਿਹੜਾ ਹੁੰਦਾ ਬੱਚਾ, ਉਹ ਓਨਾ ਹੀ ਪਵਿੱਤਰ ਹੈ ਜਿੰਨਾ ਕਿ ਘਾਹ ਦੇ ਵਿੱਚ ਇੱਕ ਛੋਟੀ ਜਿਹਾ ਕੋਈ ਇਨਸੈਕਟ, ਕੀਟ ਪਤੰਗਾ ਕੋਈ ਵੀ ਹੈ, ਉਹ ਇੱਕੋ ਹੀ ਗੱਲਬਾਤ ਹੈ, ਕਿਉਂਕਿ ਉਹ 'ਚ ਵੀ ਲਾਈਫ ਹੈ, ਉਹ 'ਚ ਵੀ ਲਾਈਫ ਹੈ। ਅਤੇ ਸਾਰਾ ਕੁਛ ਕਿਹਦੇ ਨਾਲ ਹੋ ਰਿਹਾ? ਇਹ ਡਿਵਾਈਨ ਅਸੈਂਸ ਯਾਨੀ ਕਿ ਬ੍ਰਹਮ ਤੱਤ ਜਿਹੜਾ ਕਿ ਸਾਡੇ ਵਿੱਚ ਹੈ, ਉਹਦੇ ਨਾਲ ਹੋ ਰਿਹਾ, ਪਰਮਾਤਮਾ ਨੇ ਪਾਇਆ ਹੋਇਆ। The hunter listened to the kind words of Saint Ravidas and felt deep respect for the saint। ਉਹ ਸ਼ਿਕਾਰੀ ਨੇ ਇਹਨਾਂ ਸ਼ਬਦਾਂ ਨੂੰ, ਕਾਇੰਡ ਸ਼ਬਦਾਂ ਨੂੰ ਸੁਣਿਆ ਅਤੇ ਉਹ ਬੜੀ ਰਿਸਪੈਕਟ ਨਾਲ ਭਰ ਗਿਆ, ਉਹ ਬੜੀ ਨਿਮਰਤਾ ਨਾਲ, ਸ਼ਾਂਤੀ ਨਾਲ ਭਰ ਗਿਆ ਕਿ ਬਹੁਤ ਰਿਸਪੈਕਟ ਦਿਖਾ ਰਿਹਾ ਸੀ, ਉਹਨੂੰ ਵਧੀਆ ਲੱਗਿਆ, ਇਹ ਸ਼ਬਦ ਵਧੀਆ ਲੱਗੇ ਹੋਣਗੇ ਤਾਂ ਹੀ। The charm of the saint's personality and his words of wisdom washed away all evil thoughts from the hunter's mind। ਕਿ ਸੰਤ ਜੀ ਦੀ ਜਿਹੜੀ ਪਰਸਨੈਲਿਟੀ ਸੀ ਅਤੇ ਉਹਨਾਂ ਦੇ ਸ਼ਬਦ ਸੀਗੇ, ਬੁੱਧੀਮਾਨੀ ਨਾਲ ਭਰੇ ਹੋਏ ਜਿਹੜੇ ਸ਼ਬਦ ਸੀਗੇ, ਉਹਨਾਂ ਸ਼ਬਦਾਂ ਨੇ ਸਾਰੇ ਬੁਰੇ ਖਿਆਲ, ਈਵਲ ਥੋਟਸ ਕਿਹਦੇ? ਉਸ ਹੰਟਰ ਦੇ, ਉਹ ਸਾਰੇ ਉਹਦੇ ਦਿਮਾਗ 'ਚੋਂ ਕੱਢਤੇ। ਕਿਹਨੇ ਕੱਢਤੇ? ਸੰਤ ਜੀ ਦੀ ਜਿਹੜੀ ਵਿਅਕਤੀਤਵ ਸੀਗਾ, ਉਹਨਾਂ ਦੇ ਸ਼ਬਦਾਂ ਦੀ ਜਿਹੜੀ ਸੁੰਦਰਤਾ ਸੀ, ਜਿਸ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਸੀ ਉਸ ਨੂੰ, ਕਿਹੜਾ? ਡਿਵਾਈਨ ਸੈਂਸ ਬਾਰੇ, ਪਰਮਾਤਮਾ ਤੱਤ ਬਾਰੇ, ਤਾਂ ਉਸ ਨੇ ਸਾਰੇ ਬੁਰੇ ਖਿਆਲ, ਈਵਲ ਥੋਟਸ ਵਰ ਵਾਸ਼ਡ ਅਵੇ ਫਰੋਮ ਹੰਟਰਸ ਮਾਈਂਡ, ਉਹਦੇ ਦਿਮਾਗ 'ਚੋਂ ਚਲੇ ਗਏ। ਇਟ ਵਾਜ਼ ਏ ਮਿਰੈਕਲ ਫੋਰ ਦਾ ਹੰਟਰ, ਇਹ ਹੰਟਰ ਵਾਸਤੇ ਇੱਕ ਕ੍ਰਿਸ਼ਮਾ ਸੀ। ਅ ਸ਼ਾਰਟ ਮੀਟਿੰਗ ਵਿਦ ਦਾ ਗ੍ਰੇਟ ਸੈਂਟ ਹੈਡ ਚੇਂਜਡ ਹਿਮ ਕੰਪਲੀਟਲੀ। ਇੱਕ ਛੋਟੀ ਜਿਹੀ ਮੀਟਿੰਗ ਸੰਤ ਨਾਲ ਹੋਈ ਅਤੇ ਇੱਕ ਛੋਟੀ ਜਿਹੀ ਮੀਟਿੰਗ ਨੇ ਉਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਦਾ ਕਿਲਰਸ ਹਾਰਟ ਵਾਜ਼ ਫਿਲਡ ਵਿਦ ਲਵ ਫॉर ਗੋਡ ਐਂਡ ਆਲ ਹਿਸ ਕ੍ਰੀਏਸ਼ਨ। ਤਾਂ ਉਸ ਕਿਲਰ ਦਾ ਯਾਨੀ ਕਿ ਉਸ ਹੰਟਰ ਦਾ ਜਿਹੜਾ ਸੀ ਦਿਲ, ਉਹ ਪਰਮਾਤਮਾ ਪ੍ਰਤੀ ਪਿਆਰ ਨਾਲ ਭਰ ਗਿਆ ਅਤੇ ਉਹਦੀ ਕਾਇਨਾਤ ਪ੍ਰਤੀ ਵੀ ਪਿਆਰ ਨਾਲ ਭਰ ਗਿਆ। ਹਿਸ ਕ੍ਰੀਏਸ਼ਨ ਮਤਲਬ ਜੋ ਪਰਮਾਤਮਾ ਨੇ ਬਣਾਇਆ, ਜੋ ਕੁਛ ਵੀ ਦੁਨੀਆ 'ਤੇ, ਉਹਦੇ ਬਾਰੇ ਸੋਚ ਕੇ ਉਹਦਾ ਦਿਲ ਪਿਆਰ ਨਾਲ ਭਰ ਗਿਆ। ਦ ਹੰਟਰ ਪ੍ਰੋਮਿਸਡ to lead a compassionate life and never to cause harm to anyone। ਤਾਂ ਉਸ ਹੰਟਰ ਨੇ ਉਹਨੇ ਪ੍ਰੋਮਿਸ ਕੀਤਾ ਕਿ ਉਹ ਇੱਕ ਹੁਣ ਕੰਪੈਸ਼ਨੇਟ ਲਾਈਫ ਜੀਵੇਗਾ, ਯਾਨੀ ਕਿ ਸਾਰਿਆਂ ਜੀਵ ਪ੍ਰਤੀ ਉਹ ਹਮਦਰਦੀ ਰੱਖੇਗਾ, ਹਮਦਰਦੀ ਦਾ ਭਾਵ ਰੱਖੇਗਾ, ਕਿਸੇ ਨੂੰ ਨਹੀਂ ਮਾਰੇਗਾ, ਇਹੋ ਜਿਹੀ ਲਾਈਫ ਜੀਵੇਗਾ। ਐਂਡ ਨੈਵਰ ਕਾਜ਼ ਟੂ ਹਾਰਮ ਟੂ ਐਨੀਵਨ, ਤਾਂ ਉਹ ਕਿਸੇ ਨੂੰ ਵੀ ਹੁਣ ਦੁੱਖ ਨਹੀਂ, ਤਕਲੀਫ ਨਹੀਂ ਦੇਵੇਗਾ। ਕੰਪੈਸ਼ਨੇਟ ਮਤਲਬ ਹਮਦਰਦੀ ਵਾਲਾ, ਕਰੁਣਾਮਈ ਭਾਵ ਰੱਖੇਗਾ ਉਹ ਸਾਰੇ ਜੀਵ ਦੇ ਪ੍ਰਤੀ, ਜਿਹੜੇ ਵੀ ਧਰਤੀ 'ਤੇ ਨੇ। ਕਿਉਂਕਿ ਉਹ ਇੱਕ ਪਰਮਾਤਮਾ ਦੇ ਬਣਾਏ ਹੋਏ ਨੇ ਸਾਰੇ, ਅਸੀਂ ਸਾਰੇ ਬਰਾਬਰ ਹਾਂ। ਸੈਂਟ ਰਵੀਦਾਸ ਵਾਜ਼ ਆਲਵੇਜ਼ ਵੈਰੀ ਹੰਬਲ। ਸੰਤ ਰਵੀਦਾਸ ਜੀ ਹਮੇਸ਼ਾ ਬਹੁਤ ਨਰਮ ਸੀ, ਹਮੇਸ਼ਾ ਬਹੁਤ ਨਰਮ ਸੀ। ਹੀ ਵਾਜ਼ ਡਿਫਰੈਂਟ ਫਰੋਮ ਮੋਸਟ ਆਫ ਦਾ ਸਕੋਲਰਸ ਐਂਡ ਰਿਲੀਜੀਅਸ ਮੈਨ ਆਫ ਹਿਸ ਟਾਈਮ। ਉਹ ਆਪਣੇ ਸਮੇਂ ਦੇ ਬਹੁਤ ਸਾਰੇ ਸਕੋਲਰਸ ਤੋਂ, ਵਿਦਵਾਨਾਂ ਤੋਂ ਅਤੇ ਧਾਰਮਿਕ ਜਿਹੜੇ ਲੋਕ ਸੀ ਉਹਨਾਂ ਤੋਂ ਡਿਫਰੈਂਟ ਸੀਗੇ। ਹੀ ਨੈਵਰ ਬੂਸਟਡ ਆਫ ਹਿਜ਼ ਨੌਲੇਜ ਐਂਡ ਵਿਜ਼ਡਮ। ਉਹਨਾਂ ਨੇ ਕਦੇ ਆਪਣੀ ਨੌਲੇਜ ਦਾ ਅਤੇ ਸਿਆਣਪ ਦਾ ਕਦੇ ਵੀ ਸ਼ੇਖੀ ਨਹੀਂ ਮਾਰੀ, ਕਦੇ ਵੀ ਦਿਖਾਵਾ ਨਹੀਂ ਕੀਤਾ। ਹਿਜ਼ ਡਿਵਾਈਨ ਨੌਲੇਜ ਕੇਮ ਫਰੋਮ ਵਿਦਿਨ। ਉਹਨਾਂ ਦੀ ਜਿਹੜੀ ਡਿਵਾਈਨ ਨੌਲੇਜ ਸੀ ਉਹ ਉਹਨਾਂ ਦੇ ਅੰਦਰੋਂ ਹੀ ਆਈ ਸੀ। ਹਿਜ਼ ਡਿਵਾਈਨ ਨੌਲੇਜ ਕੇਮ ਫਰੋਮ ਵਿਦਿਨ, ਉਹ ਡਿਵਾਈਨ ਨੌਲੇਜ ਉਹਨਾਂ ਦੇ ਅੰਦਰੋਂ ਹੀ, ਆਪਣੇ ਆਪ ਹੀ ਅੰਦਰੋਂ ਆਈ ਸੀ। ਹਿਜ਼ ਸਪਿਰਿਚੁਅਲ ਮੈਸੇਜ ਅਪੀਲਡ ਟੂ ਐਵਰੀ ਹਾਰਟ। ਉਹਨਾਂ ਜਿਹੜਾ ਮੈਸੇਜ ਸੀ, ਸਪਿਰਿਚੁਅਲ ਮੈਸੇਜ ਸੀ, ਉਹ ਹਰੇਕ ਦਿਲ ਨੂੰ, ਹਰੇਕ ਬੰਦੇ ਨੂੰ, ਹਰੇਕ ਨੂੰ ਵਧੀਆ ਲੱਗਿਆ। ਉਹ ਜੋ ਉਹਨਾਂ ਦਾ ਤਰੀਕਾ ਸੀ ਕਰਨ ਦਾ, ਗੱਲਬਾਤ ਸਮਝਾਉਣ ਦਾ, ਮੈਸੇਜ ਦੇਣ ਦਾ, ਹਰੇਕ ਨੂੰ ਵਧੀਆ ਲੱਗਿਆ। ਪੀਪਲ ਲਿਸਨ ਟੂ ਹਿਮ ਸਪੈਲ ਬਾਊਂਡ। ਲੋਕ ਉਹਨਾਂ ਨੂੰ ਮੰਤਰ ਮੁਗਧ ਹੋ ਕੇ ਸੁਣਦੇ ਸੀ। ਸਪੈਲ ਬਾਊਂਡ ਮਤਲਬ ਸਪੈਲ SPELLBOUND ਬਾਊਂਡ, ਯਾਨੀ ਕਿ ਮੰਤਰ ਮੁਗਧ ਹੋ ਕੇ ਸੁਣਦੇ ਸੀ। ਕਈ ਵਾਰ ਆਪਾਂ ਕਹਿੰਦੇ ਹਾਂ ਨਾ, ਯਾਰ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਗੱਲ ਕਰਦੇ ਹੋ ਕਿ ਮੈਂ ਤਾਂ ਕਿਤੇ ਹੋਰ ਹੀ ਖੋ ਗਿਆ ਸੀ। ਤਾਂ ਇਸ ਤਰੀਕੇ ਨਾਲ ਜਦੋਂ ਉਹ ਕੁਛ ਸਮਝਾਉਂਦੇ ਸੀ, ਮੈਸੇਜ ਦਿੰਦੇ ਸੀ, ਡਿਵਾਈਨ ਉਹਦਾ ਐਸੈਂਸ ਦਾ ਜਾਂ ਸਪਿਰਿਚੁਅਲ ਕੋਈ ਮੈਸੇਜ ਦਿੰਦੇ ਸੀਗੇ, ਹੈ ਨਾ, ਆਪਦੇ ਸਰਮਨਸ ਕਰਦੇ ਸੀ, ਤਾਂ ਲੋਕ ਮੰਤਰ ਮੁਗਧ ਹੋ ਜਾਂਦੇ ਸੀ। ਦੇ ਵਰ ਸਪੈਲ ਬਾਊਂਡ, ਉਹ ਕਿਤੇ ਹੋਰ ਹੀ ਖੋ ਜਾਂਦੇ ਸੀ, ਗੱਲਾਂ 'ਚ ਵੀ ਪਰਮਾਤਮਾ ਦੇ ਪਾਸੇ ਜੁੜ ਜਾਂਦੇ ਸੀ ਜਾ ਕੇ। ਹੀ ਸਪੋਕ ਇਨ ਏ ਸਿੰਪਲ ਐਂਡ ਕਲੀਅਰ ਮੈਨਰ। ਉਹ ਬੜੇ ਹੀ ਸਧਾਰਨ ਅਤੇ ਸਿੰਪਲ ਤਰੀਕੇ ਨਾਲ ਗੱਲ ਕਰਦੇ ਸੀ। ਹੀ ਟੋਲਡ ਪੀਪਲ ਡੈਟ
ਆਲ ਆਰ ਇਕੁਅਲ ਇਨ ਦਾ ਆਈਜ਼ ਆਫ ਗੋਡ। ਉਹਨਾਂ ਦੱਸਿਆ ਕਿ ਸਾਰੇ ਲੋਕ ਰੱਬ ਦੀ ਨਜ਼ਰਾਂ 'ਚ ਬਰਾਬਰ ਨੇ, ਆਰ ਇਕੁਅਲ ਆਫ ਇਨ ਦਾ ਆਈਜ਼ ਆਫ ਗੋਡ। The distinction of caste, color and creed are meaningless. They are all man-made। ਕਿਹੜਾ ਭੇਦ ਹੈ ਕਾਸਟ ਦਾ ਹੋਵੇ, ਕਲਰ ਦਾ ਹੋਵੇ ਜਾਂ ਧਰਮ ਦਾ ਹੋਵੇ, ਉਹ ਸਾਰਾ ਮੀਨਿੰਗਲੈਸ ਹੈ, ਉਹਦਾ ਕੋਈ ਮੀਨਿੰਗ ਨਹੀਂ ਹੈਗਾ। ਸਾਰੇ ਇਹ ਸਾਰੇ ਮਨੁੱਖ ਦੁਆਰਾ ਬਣਾਏ ਗਏ ਨੇ। ਕਿਹੜਾ ਕਾਸਟ, ਧਰਮ ਵਗੈਰਾ ਮਨੁੱਖ ਨਾਲ ਬਣਾਏ ਗਏ ਨੇ, ਇਸ ਕਰਕੇ ਇਹਦੀ ਕੋਈ ਵੈਲਿਊ ਨਹੀਂ, ਇਹ 'ਚ ਕੋਈ ਭੇਦ ਨਹੀਂ ਕਿਸੇ ਵੀ ਜੀਵ 'ਚ, ਸਾਰੇ ਬਰਾਬਰ ਨੇ। ਸੈਂਟ ਰਵਿਦਾਸ brought great hope for those who were poor, weak and backward। ਸੰਤ ਰਵਿਦਾਸ ਜੀ ਉਹਨਾਂ ਲੋਕਾਂ ਲਈ ਜਿਹੜੇ ਕਿ ਗਰੀਬ ਸੀ, ਕਮਜ਼ੋਰ ਸੀ ਅਤੇ ਜਿਹੜੇ ਬੈਕਵਰਡ ਸੀਗੇ, ਉਹਨਾਂ ਵਾਸਤੇ ਇੱਕ ਵਧੀਆ ਉਮੀਦ ਲੈ ਕੇ ਆਏ। ਹੀ ਫਿਲਡ ਦੈਮ ਵਿਦ ਹੋਪ, ਕਰੇਜ ਐਂਡ ਕੌਨਫੀਡੈਂਸ। ਸੰਤ ਜੀ ਨੇ ਉਹਨਾਂ ਨੂੰ ਉਮੀਦ, ਹੌਸਲੇ ਅਤੇ ਵਿਸ਼ਵਾਸ ਨਾਲ ਭਰ ਦਿੱਤਾ। ਹੀ ਇੰਸਪਾਇਰਡ ਦੈਮ ਨੋਟ ਟੂ ਬੋ ਟੂ ਦਾ ਅਨਜਸਟ ਡਿਮਾਂਡਸ ਆਫ ਦਾ ਹਾਈ ਕਾਸਟ ਪੀਪਲ। ਹੀ ਇੰਸਪਾਇਰਡ ਦੈਮ, ਸੰਤ ਜੀ ਨੇ ਉਹਨਾਂ ਨੂੰ ਇੰਸਪਾਇਰ ਕੀਤਾ ਕਿ ਝੁਕਣਾ ਨਹੀਂ, ਨੋਟ ਟੂ ਬੋ, ਝੁਕਣਾ ਨਹੀਂ ਕਿਹਨਾਂ ਸਾਹਮਣੇ, ਟੂ ਦਾ ਅਨਜਸਟ ਡਿਮਾਂਡਸ ਆਫ ਦਾ ਹਾਈ ਕਲਾਸ ਪੀਪਲ ਦੀਆਂ ਜਿਹੜੀਆਂ ਅਨਜਸਟ ਡਿਮਾਂਡਸ ਨੇ। ਦੇਖੋ ਝੁਕਣਾ ਕਿਸੇ ਮੂਹਰੇ ਨਹੀਂ, ਹਾਈ ਕਾਸਟ ਪੀਪਲ ਦੀਆਂ ਜਿਹੜੀਆਂ ਅਨਜਸਟ ਡਿਮਾਂਡਸ ਨੇ ਉਹਨਾਂ ਦੇ ਮੂਹਰੇ ਨਹੀਂ ਝੁਕਣਾ, ਅਨਜਸਟ ਡਿਮਾਂਡਸ ਦੇ ਸਾਹਮਣੇ ਨਹੀਂ ਝੁਕਣਾ। ਇਹਨਾਂ ਨੇ ਇੰਸਪਾਇਰ ਕੀਤਾ ਉਹਨਾਂ ਲੋਕਾਂ ਨੂੰ ਜਿਹੜੇ ਵੀਕ, ਪੂਅਰ ਅਤੇ ਬੈਕਵਰਡ ਸੀ। ਹੀ ਇੰਸਪਾਇਰਡ ਦੈਮ ਟੂ ਰੈਕੋਗਨਾਈਜ਼ ਦਾ ਸਟਰੈਂਥ ਆਫ ਦਾ ਸਪਿਰਿਟ ਵਿਦਇਨ ਦੈਮ। ਇਹਨਾਂ ਨੇ ਇੰਸਪਾਇਰ ਕੀਤਾ ਕਿਸ ਚੀਜ਼ ਲਈ, ਕਿ ਤੁਹਾਡੇ ਵਿੱਚ ਜਿਹੜੀ ਅੰਦਰ ਜਿਹੜੀ ਸ਼ਕਤੀ ਹੈ ਉਸ ਨੂੰ ਤੁਸੀਂ ਪਛਾਣੋ, ਅੰਦਰ ਜਿਹੜੀ ਤੁਹਾਡੀ ਸਪਿਰਿਟ ਦੀ ਸ਼ਕਤੀ ਹੈ, ਆਤਮਾ ਦੀ ਸ਼ਕਤੀ ਹੈ, ਤੁਸੀਂ ਉਸ ਨੂੰ ਪਹਿਚਾਣੋ, ਸਪਿਰਿਟ ਵਿਦਇਨ ਦੈਮ। ਹੀ ਆਸਕਡ ਦੈਮ ਟੂ ਸਟੇ ਅਵੇ ਫਰੋਮ ਆਲ ਵੀਕ ਥੋਟਸ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਰੀਬ ਲੋਕਾਂ ਨੂੰ ਜਾਂ ਬੈਕਵਰਡ ਲੋਕਾਂ ਨੂੰ ਸਟੇ ਅਵੇ, ਦੂਰ ਰਹਿਣ ਵਾਸਤੇ ਕਿਹਾ। ਆਲ ਵੀਕ ਥੋਟਸ, ਜਿਹੜੇ ਵੀਕ ਥੋਟਸ ਸੀਗੇ ਉਹਨਾਂ ਤੋਂ ਦੂਰ ਰਹਿਣ ਨੂੰ ਕਿਹਾ। ਹੀ ਆਲਵੇਜ਼ ਸੈਡ, ਉਹਨਾਂ ਨੇ ਹਮੇਸ਼ਾ ਕਿਹਾ ਕਿ ਅਨਟੱਚੇਬਿਲਿਟੀ ਇਜ਼ ਆ ਸਿਨ ਅਗੇਂਸਟ ਹਿਊਮੈਨਿਟੀ, ਕਿ ਜਿਹੜਾ ਇਹ ਛੂਤ ਆਪਾਂ ਕਹਿ ਦਿੰਦੇ ਹਾਂ, ਉਹ ਇੱਕ ਪਾਪ ਹੈ ਮਾਨਵਤਾ ਦੇ ਪ੍ਰਤੀ, ਕਿਉਂਕਿ ਸਾਰੇ ਬੰਦੇ ਬਰਾਬਰ ਨੇ, ਰੱਬ ਦੇ ਬਣਾਏ ਹੋਏ ਨੇ ਤਾਂ ਸਾਰੇ ਬਰਾਬਰ ਨੇ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਛੂਤ ਹੈ ਜਾਂ ਉਹ ਅਛੂਤ ਹੈ, ਇਹ ਸਾਰਾ ਕੁਛ ਪਾਪ ਹੈ। ਸੰਤ ਜੀ ਨੇ ਇਹ ਲੋਕਾਂ ਨੂੰ ਸਮਝਾਇਆ, ਇਨਫਿਊਜ਼ ਕੀਤੀ, ਆਪਣੇ ਮੈਸੇਜ ਇਨਫਿਊਜ਼ ਕੀਤੇ ਉਹਨਾਂ ਦੇ ਦਿਮਾਗ ਵਿੱਚ ਟੂਵਰਡਸ ਦਾ ਡਿਵਾਈਨ ਐਸੈਂਸ, ਕਿ ਸਾਰੀ ਦੁਨੀਆ ਬਰਾਬਰ ਹੈ, ਸਾਰੇ ਲੋਕ ਜੀਵ ਬਰਾਬਰ ਨੇ। ਅਨਟੱਚੇਬਿਲਿਟੀ ਇਜ਼ ਨਥਿੰਗ। ਸੈਂਟ ਰਵਿਦਾਸ ਕੰਟੀਨਿਊ ਟੂ ਗਾਈਡ ਐਂਡ ਰਿਫੋਰਮ ਦਾ ਸੁਸਾਇਟੀ ਆਫ ਹਿਸ ਟਾਈਮ ਆਲ ਹਿਸ ਲਾਈਫ। ਸੰਤ ਰਵਿਦਾਸ ਜੀ ਨੇ ਲਗਾਤਾਰ ਗਾਈਡ ਅਤੇ ਉਹਨਾਂ ਨੂੰ ਰਿਫੋਰਮ ਕਰਦੇ ਰਹੇ ਸੁਸਾਇਟੀ ਨੂੰ। ਉਸ ਸਮੇਂ ਆਪਣੀ ਲਾਈਫ ਵਿੱਚ ਉਹਨਾਂ ਨੂੰ ਉਹ ਗਾਈਡ ਵੀ ਕਰਦੇ ਰਹੇ ਅਤੇ ਉਹਨਾਂ ਨੂੰ ਉਹ ਸੁਧਾਰ ਵੀ ਕਰਦੇ ਰਹੇ ਸਮਾਜ ਨੂੰ ਉਸ ਸਮੇਂ। ਈਵਨ ਇਨ ਹਿਜ਼ ਓਲਡ ਏਜ, ਇੱਥੋਂ ਤੱਕ ਕਿ ਆਪਣੀ ਬਿਰਧ ਅਵਸਥਾ ਵਿੱਚ, ਆਪਣੀ ਜਦੋਂ ਉਹ ਬਜ਼ੁਰਗ ਬੁੜੀ ਅਵਸਥਾ 'ਚ ਆ ਗਏ ਸੀਗੇ, ਬਿਰਧ ਅਵਸਥਾ 'ਚ ਆ ਗਏ ਸੀ। ਹੀ ਹੈਡ ਦਾ ਡਿਵਾਈਨ ਗਲੋ ਔਨ ਹਿਜ਼ ਫੇਸ। ਉਹਨਾਂ ਦੇ ਚਿਹਰੇ 'ਤੇ ਨੂਰਾਨੀ ਭਾਵ ਆਪਾਂ ਕਹਿ ਦਿੰਦੇ ਹਾਂ, ਡਿਵਾਈਨ ਗਲੋ ਸੀਗਾ, ਡਿਵਾਈਨ ਗਲੋ ਆ ਗਿਆ ਸੀ ਚਿਹਰੇ 'ਤੇ, ਉਹਨਾਂ ਦੇ ਨੂਰ ਆਇਆ ਹੋਇਆ ਸੀਗਾ, ਡਿਵਾਈਨ ਪਰਮਾਤਮਾ ਸਪਿਰਚੁਅਲ ਨੂਰ ਆਇਆ ਹੋਇਆ ਸੀਗਾ ਇਸ ਉਮਰ 'ਚ ਵੀ ਜਾ ਕੇ। ਆਲ ਹਿਜ਼ ਮੈਂਟਲ ਫੈਕਲਟੀਜ਼ ਰਿਮੇਨਡ ਐਜ਼ ਸਟਰੋਂਗ ਐਜ਼ ਐਵਰ। ਆਲ ਹਿਜ਼ ਮੈਂਟਲ ਫੈਕਲਟੀਜ਼ ਕੀ ਹੁੰਦਾ ਹੈ ਕਿ ਦੇਖੋ ਓਲਡ ਏਜ 'ਚ ਆ ਗਏ ਸੀ ਉਹ, ਤਾਂ ਓਲਡ ਏਜ 'ਚ ਆਉਣ ਤੋਂ ਬਾਅਦ ਜਿਹੜਾ ਆਮ ਇਨਸਾਨ ਹੈ ਉਹਨੂੰ ਥੋੜ੍ਹੇ ਜਿਹੇ ਹਾਲੂਸੀਨੇਸ਼ਨਸ ਆਪਾਂ ਕਹਿ ਦਿੰਦੇ ਹਾਂ, ਵਹਿਮ ਭਰਮ ਆਉਣੇ ਸ਼ੁਰੂ ਹੋ ਜਾਂਦੇ ਨੇ, ਦਿਮਾਗ ਕੰਮ ਨਹੀਂ ਕਰਦਾ ਪ੍ਰੋਪਰ ਤਰੀਕੇ ਨਾਲ। ਬਟ ਇਸ ਕੇਸ 'ਚ ਸੰਤ ਜੀ ਦਾ ਜਿਹੜੇ ਸੀ ਮੈਂਟਲ ਫੈਕਲਟੀਜ਼, ਯਾਨੀ ਕਿ ਸਾਰੇ ਉਹਨਾਂ ਦੇ ਮਾਨਸਿਕ ਜਿਹੜੇ ਸੀਗੇ ਯੋਗਤਾਵਾਂ, ਦਿਮਾਗ ਪੂਰਾ ਐਨ ਵਧੀਆ ਤਰੀਕੇ ਨਾਲ ਕੰਮ ਕਰਦਾ ਸੀ, ਜਿੰਨਾ ਪਹਿਲਾਂ ਕਰਦਾ ਰਿਹਾ। ਐਜ਼ ਸਟਰੋਂਗ ਐਜ਼ ਐਵਰ, ਓਨਾ ਹੀ ਤਾਕਤਵਰ ਸੀ ਦਿਮਾਗ ਜਿੰਨਾ ਕਿ ਉਹ ਪਹਿਲਾਂ ਹੋਇਆ ਕਰਦਾ ਸੀ। ਐਜ਼ ਸਟਰੋਂਗ ਐਜ਼ ਐਵਰ, ਓਨਾ ਹੀ ਸਟਰੋਂਗ ਸੀ ਜਿੰਨਾ ਕਿ ਹਮੇਸ਼ਾ ਸੀ। ਹਿਜ਼ ਸਪਿਰਿਟ ਰਿਮੇਨਡ ਅਨਟੱਚਡ ਬਾਏ ਦਾ ਸਟ੍ਰੈਸਿਸ ਆਫ ਦਾ ਮਟੀਰੀਅਲ ਵਰਲਡ। ਉਹਨਾਂ ਦੀ ਜਿਹੜੀ ਆਤਮਾ ਸੀ ਉਹ ਰਿਮੇਨਡ ਅਨਟੱਚਡ, ਉਹ ਅਨਟੱਚ ਹੀ ਰਹੀ। ਕਿਸ ਤੋਂ? ਸਟ੍ਰੈਸਿਸ ਆਫ ਦਾ ਮਟੀਰੀਅਲ ਵਰਲਡ, ਜਿਹੜੇ ਮਟੀਰੀਅਲ ਵਰਲਡ ਦਾ ਪ੍ਰੈਸ਼ਰ ਸੀਗਾ ਮਟੀਰੀਅਲ ਵਰਲਡ ਦਾ, ਉਹ ਤੋਂ ਉਹ ਅਨਟੱਚ ਹੀ ਰਹੀ। ਯਾਨੀ ਕਿ ਮਟੀਰੀਅਲ ਵਰਲਡ ਜਿਹੜਾ ਸੀਗਾ ਆਪਣਾ, ਮਟੀਰੀਅਲ ਵਰਲਡ ਕਿਹੜਾ ਹੋ ਗਿਆ, ਆਹੀ ਦੁਨਿਆਵੀ ਚੀਜ਼ਾਂ ਦਾ ਜਿਹੜਾ ਪ੍ਰੈਸ਼ਰ ਸੀ ਉਹਨੂੰ ਛੂਹ ਵੀ ਨਹੀਂ ਸਕਿਆ ਸੰਤ ਜੀ ਦੀ
ਆਤਮਾ ਨੂੰ, ਯਾਨੀ ਕਿ ਉਹ ਇੰਨੇ ਆਪਣੇ ਕੰਟੈਂਟਡ ਸੀਗੇ, ਇੰਨੇ ਐਨਲਾਈਟਡ ਸੀਗੇ, ਇੰਨਾ ਉਹ ਡਿਵਾਈਨ ਸੈਂਸ ਦੇ ਪ੍ਰਤੀ ਉਹ ਲੀਨ ਹੋ ਚੁੱਕੇ ਸੀ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸੀਗੀਆਂ ਦੁਨਿਆਵੀ ਗੱਲਾਂ, ਮਟੀਰੀਅਲ ਥਿੰਗਸ, ਆਲ ਡੈਟ, ਉਹ ਇੰਨੇ ਕੈਪੇਬਲ ਨਹੀਂ ਸੀ ਕਿ ਉਹ ਸੰਤ ਜੀ ਦੀ ਆਤਮਾ ਨੂੰ ਟੱਚ ਵੀ ਕਰ ਸਕਦੇ। ਹੀ ਲੈਡ ਅ ਸਪਿਰਿਚੁਅਲ ਲਾਈਫ, ਉਹਨਾਂ ਨੇ ਇੱਕ ਧਾਰਮਿਕ ਅਧਿਆਤਮਿਕ ਲਾਈਫ ਜੀ ਆਪਣੀ। ਹਿਜ਼ ਐਂਡ ਵਾਜ਼ ਪੀਸਫੁਲ, ਉਹਨਾਂ ਦਾ ਜਿਹੜਾ ਅੰਤ ਸੀ ਉਹ ਇੱਕ ਪੀਸਫੁਲ ਸੀਗਾ, ਆਨੰਦਮਈ ਸੀ। ਅ ਗ੍ਰੇਟ ਸੋਲ ਔਨ ਦਿਸ ਅਰਥ ਬਿਕੇਮ ਵਨ ਵਿਦ ਦਾ ਇਟਰਨਲ ਸੋਲ, ਇੱਕ ਮਹਾਨ ਆਤਮਾ ਇਸ ਧਰਤੀ 'ਤੇ ਜਿਹੜੀ ਸੀ ਉਹ ਇਟਰਨਲ ਸੋਲ ਨਾਲ ਮਿਲ ਕੇ ਇੱਕ ਹੋ ਗਈ। ਇਟਰਨਲ ਸੋਲ ਮਤਲਬ ਹੋਇਆ ਜਿਹੜੀ ਆਪਾਂ ਜਿਹੜਾ ਐਂਡ ਆਪਾਂ ਕਹਿ ਦਿੰਦੇ ਹਾਂ ਸਿਰਾ, ਪਰਮਾਤਮਾ, ਉਹਦੇ ਨਾਲ ਮਿਲ ਕੇ ਇੱਕ ਹੋ ਗਈ ਸੀ। ਕੌਣ? ਸੰਤ ਜੀ ਦੀ ਆਤਮਾ ਉਹਨਾਂ ਨਾਲ ਮਿਲ ਕੇ ਇੱਕ ਹੋ ਗਈ ਸੀ। ਤਾਂ ਤੁਸੀਂ ਇੱਥੇ ਕਹਿ ਸਕਦੇ ਹੋ ਇਟਰਨਲ ਸੋਲ ਮਤਲਬ ਕਿ ਲੀਨ ਹੋ ਗਏ ਸੀ ਉਹ ਉਹਨਾਂ 'ਚ ਜਾ ਕੇ। ਤਾਂ ਬੇਟਾ ਇਹ ਸੀਗਾ ਆਪਣਾ ਲੈਸਨ ਰੀਡਿੰਗ ਐਂਡ ਕੰਪਰੀਹੈਂਸ਼ਨ ਐਂਡ ਯੂ ਕੈਨ ਸੇ ਇਟ ਅੰਡਰਸਟੈਂਡਿੰਗ ਆਲਸੋ। ਆਈ ਹੈਵ ਟਰਾਈਡ ਟੂ ਇਲੈਬੋਰੇਟ ਵਰਡ ਮੀਨਿੰਗਸ ਹੇਅਰ, ਜਿੱਥੇ ਕਿਤੇ ਵੀ ਉਹ ਆਏ ਤਾਂ ਤੁਸੀਂ ਇਸ ਲੈਸਨ ਦੁਆਰਾ ਸਮਝੋ ਅਤੇ ਤੁਹਾਨੂੰ ਸਾਰੇ ਇਸ ਦੇ ਐਕਸਰਸਾਈਜ਼ ਬਹੁਤ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ। ਤਾਂ ਉਸਦੇ ਅੱਗੇ ਇਸ ਤੋਂ ਬਾਅਦ ਤੁਸੀਂ ਐਕਸਰਸਾਈਜ਼ ਕਰਨ ਵਾਸਤੇ ਆਪਣੀ ਪੰਜਾਬ ਐਡੂਕੇਅਰ ਜੋ ਐਪ ਹੈ ਤੁਸੀਂ ਉਸ ਨੂੰ ਖੋਲ੍ਹੋ, ਉਸ ਵਿੱਚ ਸਾਰੇ ਐਕਟੀਵਿਟੀਜ਼ ਬੇਟਾ ਇਹ ਕੀਤੀਆਂ ਹੋਈਆਂ ਨੇ, ਤਾਂ ਤੁਸੀਂ ਉੱਥੋਂ ਸਮਝ ਕੇ ਉਸ ਨੂੰ ਕਰੋ ਅਤੇ ਇਸ ਤਰੀਕੇ ਨਾਲ ਤੁਸੀਂ ਇਸ ਲੈਸਨ ਚੰਗੀ ਤਰ੍ਹਾਂ ਸਮਝ ਸਕੋਗੇ। ਆਹ ਦੇਖੋ ਸਾਰਾ ਕੁਛ ਨਾ ਪੰਜਾਬ ਐਡੂਕੇਅਰ ਐਪ 'ਤੇ ਜਾਓ, ਇਹ ਸਾਰਾ ਕੁਛ ਉੱਥੇ ਪਿਆ ਅਤੇ ਲੈਸਨ ਆਪਾਂ ਰੀਡ ਕਰ ਲਿਆ। ਆਈ ਹੋਪ ਤੁਹਾਨੂੰ ਸਮਝ ਆ ਗਿਆ। ਜੇਕਰ ਸਮਝ ਆ ਗਿਆ, ਵਧੀਆ ਲੱਗਿਆ, ਤਾਂ ਤੁਸੀਂ ਆਪਦੇ ਅੱਗੇ ਦੋਸਤਾਂ ਨੂੰ ਅਤੇ ਇਸ ਨੂੰ ਫਾਰਵਰਡ ਕਰ ਦਿਓ ਕਿ ਉਹ ਵੀ ਇਸ ਨੂੰ ਸਮਝ ਸਕਣ, ਤਾਂ ਜੋ ਆਪਣੀ 8th ਕਲਾਸ ਦਾ ਸਿਲੇਬਸ ਆਪਾਂ ਜੋ ਹੈ ਜੁਲਾਈ ਦਾ ਇਸ ਵਧੀਆ ਤਰੀਕੇ ਨਾਲ ਕਰ ਸਕੀਏ। ਸੋ ਮੀਟ ਯੂ ਨੈਕਸਟ ਵੀਡੀਓ, ਟਿਲ ਦੈਨ ਆਪਣਾ ਧਿਆਨ ਰੱਖੋ।